ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਹਾਂ ਗੁਰਜਿੰਦਰ ਸਿੰਘ ਭੰਗੂ। ਦਰਸ਼ਕੋ, ਅੱਜ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਤੇ। ਗੱਲਬਾਤ ਕਰਾਂਗੇ ਪਿਛੋਕੜ ਦੇ ਵਿੱਚ ਜਾ ਕੇ ਗੱਲਬਾਤ ਕਰਾਂਗੇ, ਕਿਉਂਕਿ ਗੱਲਬਾਤ ਕਰਨ ਦੇ ਲਈ ਆ ਸਾਡੇ ਨਾਲ ਐਡਵੋਕੇਟ ਜੋਗਿੰਦਰ ਸਿੰਘ ਨੇ। ਸਰ, ਤੁਹਾਡਾ ਸਵਾਗਤ ਜੀ ਲੋਕਰਨ ਤੇ। ਧੰਨਵਾਦ ਜੀ, ਬਹੁਤ ਬਹੁਤ ਥੈਂਕਸ ਤੁਹਾਡਾ। ਪਹਿਲੀ ਗੱਲ ਤਾਂ ਮੈਂ ਤੁਹਾਡਾ ਚੈਨਲ ਦਾ ਲੋਕਰਨ ਜਿਹੜਾ ਚੈਨਲ ਹੈ ਉਸ ਦਾ ਇਸ ਗੱਲ ਲਈ ਧੰਨਵਾਦ ਕਰਦਾ ਕਿ ਤੁਸੀਂ ਇੱਕ ਬਹੁਤ ਹੀ ਜਿਹੜਾ ਅੱਜ ਦਾ ਭਖਦਾ ਮਸਲਾ ਕਿਸਾਨੀ ਅੰਦੋਲਨ ਹੈ, ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਮੁੱਦਿਆਂ ਨੂੰ ਲਿਆ ਤੇ ਉਹਦੇ ਲਈ ਮੈਨੂੰ ਮਤਲਬ ਇਸ ਚੈਨਲ ਤੇ ਲੈਣ ਲਈ ਤੇ ਲੋਕਾਂ ਦੇ ਸਾਹਮਣੇ ਆਪਣੀ ਗੱਲ ਕਹਿਣ ਲਈ ਮੌਕਾ ਦਿੱਤਾ, ਉਹਦੇ ਲਈ ਮੈਂ ਤੁਹਾਡਾ ਥੈਂਕਸ ਜੀ ਜੀ। ਦਰਸ਼ਕੋ, ਜੋਗਿੰਦਰ ਸਿੰਘ ਪੇਸ਼ੇ ਵਜੋਂ ਵਕੀਲ ਨੇ। ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ, ਪਹਿਲੇ 5 ਮਹੀਨੇ ਸਿੰਘੂ ਬਾਰਡਰ ਤੇ ਰਹੇ ਤੇ ਖੂਬਸੂਰਤੀ ਇਹ ਹੈ, ਕਿਸਾਨੀ ਅੰਦੋਲਨ ਨੂੰ ਸਮਰਪਿਤ 3 ਕਿਤਾਬਾਂ ਇਹ ਸਾਡੇ ਸਰੋਤਿਆਂ ਦੀ ਝੋਲੀ ਪਾ ਚੁੱਕੇ ਨੇ। ਜਿਨ੍ਹਾਂ ਕਿਤਾਬਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਕਿਤਾਬ ਲਿਖੀ ਗਈ, ਪੰਜਾਬੀ 'ਚ ਵੀ ਲਿਖੀ ਗਈ, ਹਿੰਦੀ 'ਚ ਵੀ ਲਿਖੀ ਗਈ, ਤਾਂ ਜੋ ਜਾਣਕਾਰੀ ਇਨਫੋਰਮੇਸ਼ਨ ਪਹੁੰਚ ਸਕੇ ਕਿ ਜਿਹੜੇ ਇਹ 3 ਮਾਰੂ ਖੇਤੀ ਨਾਲ ਸੰਬੰਧਿਤ 3 ਕਾਨੂੰਨ ਬੀਜੇਪੀ ਸਰਕਾਰ ਲੈ ਕੇ ਆਈ ਹੈ, ਸਾਡੇ ਲਈ ਇਹ ਤਿੰਨੇ ਕਾਨੂੰਨ ਘਾਤਕ ਨੇ। ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਵਕੀਲ ਸਾਹਿਬ ਤੋਂ ਜਾਣਾਂਗੇ ਕਿ ਕਿਹੜੀਆਂ-ਕਿਹੜੀਆਂ ਕਿਤਾਬਾਂ ਨੇ, ਕਿਵੇਂ ਉਹ ਕਨਸੈਪਟ ਮਾਈਂਡ ਦੇ ਵਿੱਚ ਆਇਆ ਤੇ ਸਭ ਤੋਂ ਵੱਡੀ ਗੱਲ, ਜੋ ਪਹਿਲੀ ਕਿਤਾਬ ਲਿਖੀ ਗਈ ਸੀ ਕਿਸਾਨੀ ਅੰਦੋਲਨ ਨੂੰ ਸਮਰਪਿਤ 3 ਖੇਤੀ ਕਾਨੂੰਨਾਂ ਬਾਰੇ, ਵਕੀਲ ਸਾਹਿਬ ਨੇ ਉਹ ਕਿਤਾਬ ਸਿੰਘੂ ਬਾਰਡਰ ਤੇ ਲਿਖੀ ਸੀ। ਹਾਲਾਂਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਜਦੋਂ ਅੰਦੋਲਨ ਹੁੰਦੇ ਨੇ, ਸੰਘਰਸ਼ ਹੁੰਦੇ ਨੇ, ਤਾਂ ਇਤਿਹਾਸ ਬਾਅਦ 'ਚ ਲਿਖੇ ਜਾਂਦੇ ਨੇ ਜਦੋਂ ਘਟਨਾਵਾਂ ਵਾਪਰ ਜਾਂਦੀਆਂ ਨੇ। ਮੈਨੂੰ ਲੱਗਦਾ ਕਿ ਇਹ ਪਹਿਲੀ ਘਟਨਾ ਹੋਊਗੀ, ਨਾਲ ਦੀ ਨਾਲ ਘਟਨਾ ਉਹ ਘਟ ਰਹੀ ਸੀ, ਬਿਰਤਾਂਤ ਸਿਰਜਿਆ ਜਾ ਰਿਹਾ ਸੀ ਉਹ। ਤੇ ਦੂਜੇ ਪਾਸੇ ਜੋਗਿੰਦਰ ਸਿੰਘ ਜੋ ਪੇਸ਼ੇ ਵਜੋਂ ਵਕੀਲ ਨੇ, ਇਸ ਸਾਰੀ ਘਟਨਾ ਨੂੰ ਸ਼ਬਦਾਂ ਦੇ ਵਿੱਚ ਚਿਤਵ ਰਹੇ ਸੀ। ਜੀ ਜੋਗਿੰਦਰ ਜੀ, ਇਸੇ ਗੱਲ ਤੋਂ ਸ਼ੁਰੂਆਤ ਕਰਾਂਗੇ। ਇੱਕ ਤਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ, ਜੋ ਤੁਸੀਂ 3 ਖੇਤੀ ਨਾਲ ਸੰਬੰਧਿਤ ਕਿਤਾਬਾਂ ਲਿਖੀਆਂ ਨੇ। ਸਭ ਤੋਂ ਪਹਿਲੀ ਕਿਤਾਬ, ਜਿਵੇਂ ਮੈਂ ਓਪਨਿੰਗ ਦੇ ਵਿੱਚ ਜ਼ਿਕਰ ਕੀਤਾ, ਤੁਸੀਂ ਸਿੰਘੂ ਬਾਰਡਰ ਤੇ ਲਿਖੀ। ਇਹ 'ਚ ਗੱਲ ਇਹ ਹੈ ਰਜਿੰਦਰ ਜੀ, ਮੈਂ ਨਾ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਦਿੱਲੀ ਗਿਆ, ਪਹਿਲਾਂ ਤਾਂ ਥੱਲੇ ਰਿਹਾ ਮੋਰਚਾ। 5 ਜੂਨ ਨੂੰ ਰਾਸ਼ਟਰਪਤੀ ਨੇ ਆਰਡੀਨੈਂਸ ਕੀਤੇ, 5 ਜੂਨ 2020 ਨੂੰ। ਉਹ ਆਰਡੀਨੈਂਸ ਕਰਨ ਤੋਂ ਬਾਅਦ ਥੱਲੇ ਲੜਾਈ ਸ਼ੁਰੂ ਹੋ ਗਈ ਸੀ ਆਰਡੀਨੈਂਸਾਂ ਦੇ ਆਉਣ ਤੋਂ ਬਾਅਦ ਹੀ। ਸੈਪਟੰਬਰ 'ਚ ਇਹ ਆਰਡੀਨੈਂਸ ਪਾਰਲੀਮੈਂਟ 'ਚ ਪਾਸ ਹੋ ਕੇ ਐਕਟ ਦਾ ਰੂਪ ਧਾਰਨ ਕਰ ਗਈ ਸੀ। 26 ਤੇ 27 ਸਤੰਬਰ 2020 ਨੂੰ ਇਹ ਐਕਟ ਮਤਲਬ ਪਾਰਲੀਮੈਂਟ ਦੇ ਅੰਦਰ ਬਿੱਲਾਂ ਦੇ ਰੂਪ 'ਚ ਪਾਸ ਹੋ ਕੇ ਐਕਟ ਦਾ ਰੂਪ ਧਾਰਨ ਕਰ ਗਏ ਸੀ। ਇਹ ਤਿੰਨੇ ਕਾਨੂੰਨ ਜਿਹੜੇ ਖੇਤੀ ਦੇ ਕਾਨੂੰਨ ਆ, ਜਿਹਦੇ 'ਚ 2 ਕਾਨੂੰਨ ਜਿਹੜੇ ਆ ਉਹ ਨਵੇਂ ਬਣੇ ਸੀ। ਇੱਕ ਐਗਰੀਮੈਂਟ ਦਾ ਕਾਨੂੰਨ ਸੀ ਖੇਤੀਬਾੜੀ ਤੇ ਦੂਜਾ ਜਿਹੜਾ ਹੈ ਟ੍ਰੇਡ ਐਂਡ ਕਮਰਸ ਦਾ, ਫਾਰਮ ਪ੍ਰੋਡਿਊਸ ਦਾ ਕਾਨੂੰਨ ਸੀ। ਤੀਜਾ ਨਵਾਂ ਨਹੀਂ ਸੀ ਬਣਿਆ, ਤੀਜਾ 1980 ਦਾ ਐਸੈਂਸ਼ੀਅਲ ਕਮੋਡਿਟੀ ਐਕਟ ਸੀ। ਉਸ ਐਕਟ ਦੇ ਅੰਦਰ ਅਮੈਂਡਮੈਂਟਸ ਕੀਤੀ ਸੀ। ਮੈਂ ਉਸੇ ਵੇਲੇ ਤੋਂ, ਜਦੋਂ ਤੋਂ ਐਜੀਟੇਸ਼ਨ ਚੱਲ ਰਹੀ ਸੀ, ਪਹਿਲਾਂ ਥੱਲੇ ਮਤਲਬ ਜਿੱਥੇ ਟੋਲ ਬਹੁਤੇ ਜਿਹੜੇ ਮੋਰਚੇ ਸੀਗੇ ਟੋਲ ਪਲਾਜ਼ਿਆਂ ਤੇ ਲੱਗੇ ਹੋਏ ਸੀ, ਟੋਲ ਪਲਾਜ਼ਿਆਂ ਤੇ ਜਾਂਦਾ ਰਿਹਾ। ਜਦੋਂ 26 ਨਵੰਬਰ ਨੂੰ ਮਤਲਬ ਇੱਥੇ ਚਲੇ ਗਏ ਸੀ ਬਾਰਡਰ ਤੇ, ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਲੋਕ ਉਧਰੋਂ ਗਾਜ਼ੀਪੁਰ ਬਾਰਡਰ ਸ਼ੁਰੂ ਹੋ ਗਿਆ ਸੀ 26 ਨਵੰਬਰ ਤੋਂ ਬਾਅਦ। ਉਸ ਵੇਲੇ ਮੈਂ ਦਸੰਬਰ ਦੇ ਫਸਟ ਵੀਕ 'ਚ ਸਿੰਘੂ ਬਾਰਡਰ ਤੇ ਚਲਾ ਗਿਆ ਸੀ। ਸਿੰਘੂ ਬਾਰਡਰ ਤੇ ਲਗਾਤਾਰ ਮੈਂ 5 ਮਹੀਨੇ ਦਾ ਮੇਰਾ ਉੱਥੇ ਅਰਸਾ ਲਗਾਤਾਰ ਸਿੰਘੂ ਬਾਰਡਰ ਤੇ ਹੈ। ਤੇ ਮੈਂ ਉੱਥੇ ਮਹਿਸੂਸ ਕੀਤਾ ਸੀ, ਰਹਿੰਦਿਆਂ ਹੋਇਆਂ, ਦੇਖਦਿਆਂ ਹੋਇਆਂ, ਕਿ ਜਿਹੜੀ ਮਤਲਬ ਸਿੱਖ ਹਿਸਟਰੀ ਦਾ ਇੱਕ ਬਹੁਤ ਵੱਡਾ ਰੋਲ ਹੈ ਇਸ ਮੋਰਚੇ ਨੂੰ ਤੋਰਨ ਦੇ ਲਈ। ਸਾਡੇ ਲੰਗਰਾਂ ਦੀ ਪ੍ਰਥਾ ਦਾ ਬਹੁਤ ਵੱਡਾ ਰੋਲ ਹੈ, ਉਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ। ਫਿਰ ਸਾਡੀ ਆਜ਼ਾਦੀ ਦੀ ਲੜਾਈ ਜਿਹੜੀ ਹੈ ਉਸ ਦੀ ਜਾਣਕਾਰੀ ਦਿੱਤੀ ਜਾ ਰਹੀ ਸੀ। ਉਹਦਾ ਬਹੁਤ ਵੱਡਾ ਰੋਲ ਹੈ। ਆਜ਼ਾਦੀ ਦੇ ਜਿਹੜੇ ਘੁਲਾਟੀਏ ਹੈ, ਆਜ਼ਾਦੀ ਦੇ ਸ਼ਹੀਦ ਹੈ ਸਾਡੇ, ਉਹਨਾਂ ਬਾਰੇ ਬਹੁਤ ਕੁਝ ਕਿਹਾ ਜਾ ਰਿਹਾ ਸੀ ਤੇ ਉਹ ਚੰਗੀ ਗੱਲ ਸੀ, ਦਿੱਤੀ ਜਾ ਰਹੀ ਸੀ। ਮੈਨੂੰ ਜਿਹੜੀ ਗੱਲ ਲੱਗੀ ਕਿ ਖੇਤੀ ਕਾਨੂੰਨਾਂ ਬਾਰੇ ਜਾਣਕਾਰੀ ਘੱਟ ਦਿੱਤੀ ਜਾ ਰਹੀ ਹੈ, ਫਿਰ ਮੈਂ, ਕਿਉਂਕਿ ਹਰ ਬੰਦਾ ਆਪਣੇ ਮੋਰਚੇ ਦਾ ਸਿਪਾਹੀ ਹੁੰਦਾ, ਮੈਂ ਉਸ ਮੋਰਚੇ ਦਾ ਸਿਪਾਹੀ ਹੋਣ ਦੇ ਨਾਤੇ ਇਹ ਫੈਸਲਾ ਕੀਤਾ ਆਪਣੇ ਆਪ 'ਚ ਕਿ ਮੈਂ ਇਹ ਜਾਣਕਾਰੀ ਦੇਣ ਦਾ ਜਿੰਮਾ ਜਿਹੜਾ ਲਵਾਂ, ਤੇ ਕਿਉਂਕਿ ਮੈਂ ਲੈ ਸਕਦਾ ਉਹਦੇ ਨਾਲ ਹੀ ਫਿਰ ਮੈਂ ਇਹ ਲਿਖਣ ਦਾ ਕੰਮ ਸ਼ੁਰੂ ਕੀਤਾ। ਜਦੋਂ ਮੈਂ ਲਿਖਣ ਦਾ ਕੰਮ ਸ਼ੁਰੂ ਕੀਤਾ, ਮੇਰੇ ਕੋਲ, ਅਸੀਂ ਉੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, SP ਸਿੰਘ ਵਰਾਏ ਦੇ ਜੀ ਮੋਹਰਾਂ ਦਾ ਜਿਹੜਾ ਟਰੱਸਟ ਆ, ਜਿਹੜੇ ਆਪਣੇ ਹੀ ਪੈਸਿਆਂ 'ਚੋਂ ਇਸ ਟਰੱਸਟ ਨੂੰ ਚਲਾ ਰਹੇ ਹੈ, ਉਸ ਵੱਲੋਂ ਅਸੀਂ ਡਿਫਰੈਂਟ ਕਿਸਮ ਦੇ ਇੰਤਜ਼ਾਮ ਸਿੰਘੂ ਬਾਰਡਰ ਤੇ ਕੀਤੇ ਹੋਏ ਸੀ, ਟਿਕਰੀ ਬਾਰਡਰ ਤੇ ਕੀਤੇ ਹੋਏ ਸੀ, ਗਾਜ਼ੀਪੁਰ ਬਾਰਡਰ ਤੇ ਕੀਤੇ ਹੋਏ ਸੀ, ਤੇ ਇੱਧਰਲੇ ਪਾਸੇ ਸ਼ਾਹਜਹਾਂ ਤੇ ਪਲਵਲ ਬਾਰਡਰ ਤੇ ਕੀਤੇ ਹੋਏ ਸੀ। ਸਿੰਘੂ ਬਾਰਡਰ ਤੇ ਅਸੀਂ 350-400 ਔਰਤ ਦੇ ਰਹਿਣ ਦਾ ਇੰਤਜ਼ਾਮ ਕੀਤਾ ਸੀ ਉੱਥੇ,
ਇਹਦੇ ਨਾਲ ਹੀ ਅਸੀਂ 5 ਐਂਬੂਲੈਂਸਿਸ ਲੈ ਕੇ ਗਏ ਸੀ। ਅਸੀਂ ਫਿਰ ਉੱਥੇ ਕੰਬਲਾਂ ਦੀ ਸੇਵਾ, ਚੱਪਲਾਂ ਦੀ ਸੇਵਾ, ਮਤਲਬ ਦਵਾਈਆਂ ਦਾ ਮੈਡੀਕਲ ਕੈਂਪ ਅਸੀਂ ਸ਼ੁਰੂ ਚ ਲਾਤਾ ਸੀ, ਟੈਂਟ ਲਾਉਣ ਤੋਂ ਪਹਿਲਾਂ ਵੀ ਮਤਲਬ ਬਾਰਡਰ ਦੇ ਉੱਥੇ ਉਹਨਾਂ ਦੇ ਕੰਮਕਾਰ ਮੈਂ ਦੇਖ ਰਿਹਾ ਸੀ। ਉਦੋਂ ਉਸ ਵੇਲੇ ਉਸ ਟੈਂਟ 'ਚ ਰਹਿੰਦਿਆਂ ਹੋਇਆਂ ਮੈਂ ਮਹਿਸੂਸ ਕੀਤਾ ਕਿ ਖੇਤੀ ਕਾਨੂੰਨਾਂ ਦੇ ਬਾਰੇ ਇਹ ਜਿੰਮਾ ਮੈਨੂੰ ਲੈਣਾ ਚਾਹੀਦਾ, ਤੇ ਮੈਂ ਬੁੱਕ ਦੀ ਲਿਖਣ ਦੀ ਸ਼ੁਰੂਆਤ ਕੀਤੀ ਉੱਥੇ। ਪਹਿਲੀ ਬੁੱਕ ਫਿਰ ਜਿਹੜੀ ਲਿਖੀ ਮੈਂ ਟੈਂਟ ਦੇ ਅੰਦਰ ਬੈਠ ਕੇ ਲਿਖੀ ਹੈ, ਤੇ ਉੱਥੇ ਹੀ ਮੈਂ ਆਪਣਾ ਸਟੈਨੋ ਲੈ ਕੇ, ਮਤਲਬ ਟੈਂਟ ਦੇ ਅੰਦਰ, ਉੱਥੇ ਮੈਂ ਆਪਣਾ ਕੰਪਿਊਟਰ ਦਾ ਸਿਸਟਮ ਮੇਰੇ ਕੋਲ 2 ਆ, ਇੱਕ ਮੈਂ ਚੱਕ ਕੇ ਲੈ ਗਿਆ ਸੀ ਉੱਥੇ ਟੈਂਟ ਦੇ ਅੰਦਰ। ਉੱਥੇ ਹੀ ਫਿਰ ਟਾਈਪ ਕਰਦੇ ਰਹੇ, ਉੱਥੇ ਹੀ ਸਰਚ ਲਾਉਂਦੇ ਰਹੇ, ਉੱਥੇ ਹੀ ਲਿਖਦੇ ਰਹੇ, ਉੱਥੇ ਹੀ ਮੈਂ ਆਪਣਾ ਬਹੁਤਾ ਲਿਟਰੇਚਰ ਲੈ ਕੇ ਚਲਾ ਗਿਆ ਸੀ ਸਾਰਾ। ਜਿਹੜੀਆਂ ਬੁੱਕਸ ਮੈਨੂੰ ਚਾਹੀਦੀਆਂ ਸੀ ਉਸ ਸੰਬੰਧ, ਕੌਨਸਟੀਟਿਊਸ਼ਨ ਚਾਹੀਦਾ ਸੀ, ਐਕਟ ਚਾਹੀਦੇ ਸੀ, ਮਤਲਬ ਜਿਹੜੇ ਇਹ ਆਰਡੀਨੈਂਸ ਚਾਹੀਦੇ ਸੀ, ਸਾਰਾ ਕੁਝ, ਡਿਕਸ਼ਨਰੀਆਂ ਚਾਹੀਦੀਆਂ ਸੀ, ਮੈਂ ਲੈ ਕੇ ਚਲਾ ਗਿਆ ਸੀ ਉੱਥੇ। ਫਿਰ ਮੈਂ ਪਹਿਲੀ ਬੁੱਕ ਜਿਹੜੀ ਹੈ, ਪਹਿਲੀ ਬੁੱਕ ਹੈ ਲਿਖੀ ਸੀ। ਜਦੋਂ ਬੁੱਕ ਨੂੰ ਲਿਖਣ ਤੋਂ ਬਾਅਦ ਨਾਂ ਰੱਖਣ ਦਾ ਸਵਾਲ ਆਇਆ, ਤਾਂ ਮੇਰੇ ਸਾਹਮਣੇ ਇੱਕ ਸਵਾਲ ਸੀ, ਲੋਕ ਕਾਲੇ ਕਾਨੂੰਨ ਕਹਿੰਦੇ ਆ ਇਹਨਾਂ ਨੂੰ। ਮੈਨੂੰ ਲੱਗਿਆ ਵੀ ਕਾਲੇ ਸ਼ਬਦ ਨਾਲ ਇੱਕ ਬਹੁਤਾ ਢੁਕਵਾਂ ਨਹੀਂ ਹੈ। ਕਾਲਾ, ਮੇਰੀ ਹੁਣ ਯੂਨੀਫਾਰਮ ਦਾ ਰੰਗ ਕਾਲਾ ਐਜ਼ ਅ ਵਕੀਲ। ਕਾਲੇ ਰੰਗ, ਹਰ ਰੰਗ ਦੀ ਆਪਣੀ ਇੱਕ ਖੂਬਸੂਰਤੀ ਹੈ, ਕਾਲੇ ਰੰਗ ਦੀ ਇੱਕ ਖੂਬਸੂਰਤੀ ਵੀ ਹੈ ਵੀ ਇਹ ਮਤਲਬ ਢੁਕਵਾਂ ਸ਼ਬਦ ਨਹੀਂ ਹੈ, ਇੰਨੇ ਬਦਸੂਰਤ ਹੈ ਕਾਨੂੰਨ ਕਿ ਇਹਨਾਂ ਲਈ ਕੋਈ ਹੋਰ ਨਾਂ ਰੱਖਿਆ ਜਾਣਾ ਚਾਹੀਦਾ। ਇਹਨਾਂ ਨੇ ਜਦੋਂ ਐਸੈਂਸ਼ੀਅਲ ਕਮੋਡਿਟੀ ਐਕਟ ਮੈਂ ਪੜ੍ਹਿਆ, ਇਹਨਾਂ ਨੇ, ਮੈਂ ਦੇਖਿਆ ਕਿ ਮਨੁੱਖ ਦਾ ਰੋਟੀ ਨਾਲੋਂ ਰਿਸ਼ਤਾ ਤੋੜ ਦਿੱਤਾ। ਫਿਰ ਮੈਂ ਇਹਦਾ ਨਾਂ ਰੱਖਿਆ ਸੀ ਕਿ ਮਨੁੱਖ ਦਾ ਰੋਟੀ ਨਾਲੋਂ ਰਿਸ਼ਤਾ ਤੋੜਨ ਵਾਲੇ 3 ਖੇਤੀ ਕਾਨੂੰਨਾਂ ਦੀ ਵਿਆਖਿਆ, ਲੇਖਾ ਜੋਖਾ ਤੇ ਪੜਚੋਲ। ਇਹ 20,000 ਕਾਪੀ ਪਹਿਲੀ ਅਸੀਂ ਛਪਾਈ, 20,000 ਕਾਪੀ ਲੱਗ ਗਈ ਹੱਥੋਂ ਹੱਥ। ਦੁਬਾਰਾ ਫਿਰ ਡਿਮਾਂਡ ਆਈ, ਦੁਬਾਰਾ ਫਿਰ ਆ ਦੂਜਾ ਇਹਦਾ ਐਡੀਸ਼ਨ ਆਇਆ, ਦੂਜਾ, ਮਤਲਬ ਇਹ ਥੋੜਾ ਜਿਹਾ ਖੇਤੀ ਦੇ ਕਲਰ ਸੀਗਾ, ਇਹ 20,000 ਕਾਪੀ ਫਿਰ ਅਸੀਂ ਛਪਾਈ, 20 ਲੱਗ ਗਈ। ਫਿਰ ਅਸੀਂ ਤੀਜਾ, ਇਹਨਾਂ 3 ਕਾਨੂੰਨਾਂ ਦੀ ਮੈਂ ਇਹਨਾਂ ਦੇ ਅੰਦਰ ਵਿਆਖਿਆ ਕੀਤੀ ਹੈ। ਰਾਸ਼ਟਰਪਤੀ ਦੀ ਪਾਵਰ ਦੀ ਵਿਆਖਿਆ ਕੀਤੀ ਹੈ ਕਿ ਕੀ ਰਾਸ਼ਟਰਪਤੀ ਦੀ ਪਾਵਰ ਹੈਗੀਆਂ, ਪਾਰਲੀਮੈਂਟ ਦੀ ਪਾਵਰਸ ਕੀ ਨੇ, ਸਟੇਟਸ ਦੀ ਪਾਵਰਸ ਕੀ ਨੇ, ਉਹ ਸਾਰੀਆਂ ਵਿਅਕਤੀ ਬਣਾ ਸਕਦੇ ਸੀ ਕਾਨੂੰਨ, ਉਹ ਕਰਕੇ ਲਿਖਿਆ। ਫਿਰ ਹਿੰਦੀ ਸਪੀਕਿੰਗ ਏਰੀਆ ਦੀ ਡਿਮਾਂਡ ਆਈ, ਹਰਿਆਣੇ ਦੀ ਵੀ ਆਈ, ਯੂਪੀ ਤੋਂ ਵੀ ਆਈ, ਰਾਜਸਥਾਨ ਤੋਂ ਵੀ ਆਈ, ਐਡਜੋਇਨਿੰਗ ਏਰੀਆ ਜਿਹੜੇ ਬਹੁਤ ਐਕਟਿਵਲੀ ਮੂਵਮੈਂਟ ਦਾ ਪਾਰਟ ਬਣਦੇ ਸੀ ਕਿ ਕਿਤਾਬ ਸਾਨੂੰ ਹਿੰਦੀ 'ਚ ਵੀ ਦਿਓ। ਫਿਰ ਇਹ ਹਿੰਦੀ 'ਚ ਕਿਤਾਬ ਜਿਹੜੀ ਹੈ, ਦੂਜਾ ਹਿੰਦੀ ਦਾ ਆਇਆ, ਇਹ 10-10 ਹਜ਼ਾਰ ਦੀਆਂ 30,000 10,000 ਦੇ 3 ਐਡੀਸ਼ਨ ਇਹਦੇ ਛਪੇ, ਤੇ 30,000 ਇਹ ਛਪੀ। ਇਸ ਤੋਂ ਬਾਅਦ ਅੰਗਰੇਜ਼ੀ ਦੀ, ਕਿਉਂਕਿ ਸਾਊਦਰਨ ਜਿਹੜੀ ਸਾਡੀ ਸਟੇਟਸ ਹੈ, ਸਾਊਦਰਨ ਸਟੇਟ ਦੇ ਅੰਦਰ ਉਹ ਨਾ ਉਹਨਾਂ ਨੂੰ ਹਿੰਦੀ ਆਉਂਦੀ ਹੈ, ਨਾ ਉਹਨਾਂ ਨੂੰ ਪੰਜਾਬੀ ਪੰਜਾਬੀ ਤਾਂ ਆਉਣ ਦਾ ਮਤਲਬ ਹੀ ਨਹੀਂ ਕੋਈ। ਮਤਲਬ ਹਿੰਦੀ ਸਾਡੇ ਸਾਰੇ ਹਿੰਦੁਸਤਾਨ ਦੀ ਭਾਸ਼ਾ ਨਹੀਂ ਹੈ, ਬਹੁਤ ਸਾਰੀਆਂ ਸਟੇਟਸ ਐਸੀਆਂ ਜਿਹੜੀਆਂ ਹਿੰਦੀ ਸਮਝਦੀਆਂ ਨਹੀਂ। ਫਿਰ ਮੈਂ ਇਹ ਅੰਗਰੇਜ਼ੀ 'ਚ ਇਹ ਬੁੱਕ ਲਿਖੀ, ਅੰਗਰੇਜ਼ੀ 'ਚ, ਮਤਲਬ ਅੰਗਰੇਜ਼ੀ 'ਚ ਲਿਖ ਕੇ ਇਹਦੇ ਅੰਦਰ ਕੁਝ ਚੈਪਟਰ ਮੈਂ ਉਸ ਬੁੱਕ ਜਿਹੜੀ ਪਹਿਲੀਆਂ ਸੀ ਉਹਦੇ ਨਾਲ ਕੁਝ ਐਡ ਕੀਤੇ। ਮਤਲਬ ਇਹ 5,000 ਅੰਗਰੇਜ਼ੀ ਦੀ ਕਾਪੀ ਜਿਹੜੀ ਹੈ ਛਪਾਈ, ਕੁੱਲ ਮਤਲਬ ਜਿਹੜੀਆਂ ਮਿਲਾ ਕੇ 40 ਤੇ 30 70 ਤੇ 5 75,000 ਕਾਪੀਆਂ ਇਹ ਜਾ ਚੁੱਕੀਆਂ ਹੈ, ਸਿੰਘੂ ਮੋਰਚੇ ਤੇ, ਗਾਜੀਪੁਰ ਮੋਰਚੇ ਤੇ, ਟਿੱਕਰੀ ਮੋਰਚੇ ਤੇ, ਇਸ ਤੋਂ ਇਲਾਵਾ ਫੀਲਡ ਦੇ ਅੰਦਰ ਸਾਰੀਆਂ ਸਟੇਟਸ ਦੇ ਅੰਦਰ ਅਪ ਟੂ ਸਾਊਦਰਨ ਸਟੇਟਸ। ਤੇ ਇਹਦੇ ਅੰਦਰ ਮੈਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ 3 ਕਾਨੂੰਨਾਂ ਬਾਰੇ, ਖੇਤੀ ਨਾਲ ਸੰਬੰਧਿਤ ਸਿਸਟਮ ਬਾਰੇ। ਮਤਲਬ ਇਹ ਕਾਫੀ ਐਪਰੀਸ਼ੀਏਟ ਹੋਈ ਹੈ। ਮੈਂ ਕਹਿ ਸਕਦਾ ਹਾਂ ਕਿ ਮੈਨੂੰ ਬਹੁਤ ਸਾਰੇ ਲੋਕਾਂ ਦੇ, ਸਾਰੇ ਹਿੰਦੁਸਤਾਨ ਦਾ ਕੋਈ ਖੁੰਝਾ ਨਹੀਂ ਬਚਿਆ ਜਿੱਥੋਂ ਮੈਨੂੰ ਲੋਕਾਂ ਦੇ ਟੈਲੀਫੋਨ ਨਹੀਂ ਆਏ। ਉਹਨਾਂ ਲੋਕਾਂ ਦੇ ਟੈਲੀਫੋਨ ਆਏ ਕਿ ਉਹਨਾਂ ਨੇ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ, ਇੰਪਰੂਵਮੈਂਟਸ ਵੀ ਕਈਆਂ ਨੇ ਦੱਸੀਆਂ, ਜਿਹੜੇ ਕਈ ਲੋਕਾਂ ਨੇ ਬਹੁਤ ਡੂੰਘੀ ਤਰ੍ਹਾਂ ਇਹਨਾਂ ਨੂੰ ਪੜ੍ਹਿਆ ਕਿ ਤੁਸੀਂ ਸਾਨੂੰ ਜਾਣਕਾਰੀ ਦੇਣ 'ਚ, ਇਹਨਾਂ ਕਾਨੂੰਨਾਂ 'ਚ ਹੈ ਕੀ ਹੈ, ਉਹ ਕਾਮਯਾਬ ਹੋਏ ਹੋ। ਤੇ ਸਾਨੂੰ ਇਹਨਾਂ ਕਿਤਾਬਾਂ ਦੇ ਪੜ੍ਹਨ ਤੋਂ ਬਾਅਦ ਪਤਾ ਲੱਗਿਆ, ਇਹਨਾਂ ਕਾਨੂੰਨਾਂ ਬਾਰੇ ਜਾਣਕਾਰੀ ਮਿਲੀ। ਦਰਸ਼ਕਾਂ ਨੂੰ ਹੋਰ ਗੱਲ ਸਾਂਝੀ ਕਰਦੇ ਕਿ ਜੋਗਿੰਦਰ ਸਿੰਘ ਨਾਲ ਜੋ ਅਸੀਂ ਇਹ ਵਿਸ਼ਾ ਚੁਣਿਆ, ਖੇਤੀ ਦਾ ਵਿਸ਼ਾ ਚੁਣਿਆ, ਪਿਛੋਕੜ 'ਚ ਵੀ ਗੱਲਬਾਤ ਕਰਾਂਗੇ। ਉਹਨਾਂ ਨੇ ਜੋ ਕਿਤਾਬਾਂ ਲਿਖੀਆਂ ਨੇ, ਉਹਦੇ ਚੈਪਟਰ ਨੇ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਅਸੀਂ ਇਹ ਪ੍ਰੋਗਰਾਮ, ਐਪੀਸੋਡ ਇਸ ਪ੍ਰੋਗਰਾਮ ਦੇ ਚੱਲਣਗੇ, ਤੁਸੀਂ ਲੋਕ ਰਣ ਦੇ ਨਾਲ ਬਣੇ ਰਹੋ। ਤੁਹਾਨੂੰ ਖੇਤੀ ਬਾਰੇ, ਖੇਤੀ ਅੰਦੋਲਨ ਬਾਰੇ, ਇਹਨਾਂ ਕਾਨੂੰਨਾਂ ਬਾਰੇ ਬੜੀ ਡੂੰਘਾਈ ਦੇ ਵਿੱਚ ਤੁਹਾਨੂੰ ਜਾਣਕਾਰੀ ਹਾਸਲ ਹੋਣ ਵਾਲੀ ਹੈ। ਤੁਸੀਂ ਪ੍ਰੋਗਰਾਮਾਂ ਦੇ ਨਾਲ ਬਣੇ ਰਹੋ, ਐਪੀਸੋਡ ਇਸ ਪ੍ਰੋਗਰਾਮ ਦੇ ਚੱਲਣਗੇ ਜੀ। ਜੋਗਿੰਦਰ ਸਿੰਘ ਜੀ, ਹੁਣ ਗੱਲ ਕਰਾਂਗੇ ਆਪਾਂ, ਥੋੜਾ ਜਿਹਾ ਪਿਛੋਕੜ ਦੇ ਵਿੱਚ ਜਾਂਦੇ ਹਾਂ। ਆਪਾਂ ਪਿਛੋਕੜ ਦੀ ਗੱਲ ਕਰਦੇ ਹਾਂ। ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਮੇਰੇ 2 ਸਵਾਲ ਨੇ। ਸਵਾਲ, ਜੋ ਖੇਤੀ ਦਾ ਬਿਰਤਾਂਤ ਹੈ, ਖੇਤੀ ਦੀ ਜੋ ਦਿਸ਼ਾ ਸਾਡੇ ਦੇਸ਼ ਦੇ ਵਿੱਚ ਸ਼ੁਰੂ ਤੋਂ, ਥੋੜਾ ਜਿਹਾ ਉਸ ਬਾਰੇ ਜ਼ਰੂਰ ਚਾਨਣਾ ਪਾਇਓ। ਅਸੀਂ ਗੁਰਜਿੰਦਰ ਜੀ ਇੱਕ ਬਹੁਤ ਹੀ ਬਿਊਟੀਫੁਲ ਮੁਲਕ ਦੇ ਅੰਦਰ ਰਹਿੰਦੇ ਹਾਂ ਜੀ। ਸਾਡਾ ਦੇਸ਼, ਜਦੋਂ ਮੈਨੂੰ ਇਹ ਖੇਤੀ ਦਾ ਸਿਸਟਮ ਮਤਲਬ ਸਟੱਡੀ ਕਰਨ ਦਾ ਮੌਕਾ ਮਿਲਿਆ,
ਜੀ, ਖਾਸ ਕਰਕੇ ਇਸ ਐਜੀਟੇਸ਼ਨ ਤੋਂ ਬਾਅਦ ਕਿ ਸਾਡਾ ਭਾਰਤ ਦਾ ਖੇਤੀ ਦਾ ਸਾਰਾ ਸਿਸਟਮ ਹੈ ਕੀ ਹੈ। ਮੈਂ ਪੂਰੇ ਭਾਰਤ ਦੇ ਖੇਤੀ ਦੇ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਜਿੰਨੀ ਕੁ ਮੈਂ ਸਮਝ ਸਕਦਾ ਸੀ। ਜੀ, ਉਹਦੇ 'ਚ ਸਾਨੂੰ ਲੱਗਿਆ ਕਿ ਸਾਨੂੰ ਐਵੇਂ ਧਮਾਇਆ ਜਾ ਰਿਹਾ ਕਿ ਅਸੀਂ ਕਿਸੇ ਇਹੋ ਜਿਹੇ ਮੁਲਕ 'ਚ ਰਹਿ ਰਹੇ ਹਾਂ ਜਿੱਥੇ ਬਹੁਤੀ ਹਾਲਤ ਚੰਗੀ ਨਹੀਂ, ਜਿੱਥੇ ਕੋਈ ਕੁਝ ਨਹੀਂ। ਅਸੀਂ ਬਹੁਤ ਹੀ ਖੂਬਸੂਰਤ ਮੁਲਕ ਦੇ ਵਾਸੀ। ਸਾਡੇ ਕੋਲੇ ਖੇਤੀ ਨਾਲ ਸੰਬੰਧਿਤ ਜਿਹੜਾ ਹੈ, ਉਹ ਸਾਰਾ ਕੁਛ ਹੈ ਜਿਹੜਾ ਖੇਤੀ ਦੀ ਪੈਦਾਵਾਰ ਲਈ ਚਾਹੀਦਾ, ਸਭ ਕੁਛ ਹੀ। ਸਭ ਤੋਂ ਪਹਿਲੇ ਨੰਬਰ ਤੇ ਖੇਤੀ ਦੇ ਅਨੁਕੂਲ ਤੁਹਾਨੂੰ ਜ਼ਮੀਨ ਚਾਹੀਦੀ ਹੁੰਦੀ ਹੈ। ਸਾਡੇ ਕੋਲੇ ਹਰ ਤਰ੍ਹਾਂ ਦੀ ਮਿੱਟੀ ਹੈ, ਹਰ ਤਰ੍ਹਾਂ ਦੀ ਮਿੱਟੀ। ਸਾਡੇ ਕੋਲ ਚੀਕਣੀ ਮਿੱਟੀ ਹੈ, ਸਾਡੇ ਕੋਲ ਮਹਿਰਾ ਮਿੱਟੀ ਹੈ, ਸਾਡੇ ਕੋਲ ਜਿਹੜੀ ਹੈ ਪਥਰੀਲੀ ਮਿੱਟੀ ਹੈ, ਸਾਡੇ ਕੋਲ ਰੇਤਲੀ ਮਿੱਟੀ ਹੈ, ਸਾਡੇ ਕੋਲ ਲਾਲ ਮਿੱਟੀ ਹੈ, ਕਾਲੀ ਮਿੱਟੀ ਹੈ, ਪੀਲੀ ਮਿੱਟੀ ਹੈ। ਮਤਲਬ ਜਿਹੜੀ ਵੱਖੋ ਵੱਖ ਫਸਲਾਂ ਲਈ ਬਹੁਤ ਹੀ ਖੂਬਸੂਰਤ ਹੈ। ਫਿਰ ਸਾਨੂੰ ਵਾਤਾਵਰਨ ਚਾਹੀਦਾ ਹੁੰਦਾ ਹੈ। ਜੇ ਤੁਸੀਂ ਵਾਤਾਵਰਨ ਦੀ ਗੱਲ ਕਰੋਗੇ ਭਾਰਤ ਦੇ ਅੰਦਰ ਵਾਤਾਵਰਨ -40 ਜਿਹੜਾ ਟੈਂਪਰੇਚਰ ਹੈ, -40 ਡਿਗਰੀ ਤੋਂ ਲੈ ਕੇ +50 ਡਿਗਰੀ ਤੱਕ। ਕਈ ਖਿੱਤੇ ਐਸੇ ਹੈ ਜਿੱਥੇ -40 ਚਲਾ ਜਾਂਦਾ, ਕਈ ਖਿੱਤੇ ਐਸੇ ਜਿੱਥੇ 50+ ਚਲਾ ਜਾਂਦਾ। ਇਹ ਦੋਏ ਤਰ੍ਹਾਂ ਦੇ ਟੈਂਪਰੇਚਰ ਖੇਤੀ ਲਈ ਬਹੁਤ ਵਧੀਆ ਹੈ। ਗਰਮੀ ਵੀ ਆਤੀ ਪੈਂਦੀ ਹੈ ਤੇ ਠੰਡ ਵੀ ਆਤੀ ਪੈਂਦੀ ਹੈ। ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਕੋਲੇ ਬਹੁਤ ਵੱਡੇ ਪਹਾੜ, ਸਾਡੇ ਕੋਲੇ ਸੰਸਾਰ ਦੇ ਉੱਚੇ ਪਹਾੜ ਜਿਹੜੇ ਬਹੁਤ ਉੱਚੇ ਪਹਾੜ ਹੈ। ਕਈ ਵਾਰ ਲੱਗਦਾ ਹੈ ਕਿ ਉੱਚੇ ਪਹਾੜਾਂ ਦਾ ਸਾਨੂੰ ਕੀ ਫਾਇਦਾ। ਉੱਚੇ ਪਹਾੜ ਕਿਹੜੇ ਖੇਤੀ ਲਈ ਕੋਈ ਸਹਾਈ ਹੁੰਦੇ ਹੈ। ਉੱਚੇ ਪਹਾੜਾਂ ਤੇ ਖੇਤੀ ਲਈ ਇਕੱਲਾ ਇਹ ਨਹੀਂ ਹੈ ਕਿ ਖੇਤੀ ਵੀ ਲੋਕਾਂ ਨੇ ਜਿਹੜੀ ਟੈਰਸ ਫਾਰਮਿੰਗ ਕਰ ਲਈ ਹੈ। ਜੇ ਤੁਸੀਂ ਜਾਓਗੇ ਜੰਮੂ ਐਂਡ ਕਸ਼ਮੀਰ ਚਲੇ ਜਾਓ, ਇਹਦੇ 'ਚ ਹਿਮਾਚਲ ਚਲੇ ਜਾਓ, ਇਸ ਤੋਂ ਅਗਲੇ ਪਾਸੇ ਵੈਸਟ ਬੰਗਾਲ ਦਾ ਜਿਹੜਾ ਪਰਲਾ ਏਰੀਆ ਉਹਦੇ ਚਲੇ ਜਾਓ, ਗੈਂਗਟੋਕ ਦੇ ਏਰੀਏ ਚਲੇ ਜਾਓ, ਉਹ ਸਾਰੇ ਪਹਾੜਾਂ ਤੇ ਟੈਰਸ ਫਾਰਮਿੰਗ ਨਾਲ ਵੱਖੋ ਵੱਖਰੀਆਂ ਫਸਲਾਂ ਹੁੰਦੀਆਂ, ਬਹੁਤ ਵਧੀਆ। ਉਹਨਾਂ ਨੇ ਸਬਜ਼ੀਆਂ ਔਰ ਫਰੂਟ ਮੈਕਸੀਮਮ ਪੈਦਾ ਕਰ ਰਿਹਾ ਉਹਨਾਂ ਪਹਾੜਾਂ ਤੇ। ਫਿਰ ਉੱਥੇ ਜਦੋਂ ਠੰਡ ਪੈਂਦੀ ਹੈ ਕਿ ਸਾਡੇ ਕੋਲ ਐਸੇ ਇਲਾਕੇ ਹੈ ਜਿੱਥੇ -40 ਤੱਕ ਠੰਡ ਪੈਂਦੀ ਹੈ ਤੇ ਉੱਥੇ ਬਰਫ਼ ਪੈਂਦੀ ਹੈ ਤੇ ਸਾਡੇ ਕੋਲ ਗਰਮੀ ਵੀ ਪੈਂਦੀ ਹੈ। ਜੇ ਸੰਸਾਰ ਦੇ ਬਹੁਤ ਸਾਰੇ ਏਰੀਏ ਜਿੱਥੇ ਸਾਡੇ ਨਾਲ ਠੰਡੇ ਨੇ, ਪਰ ਉੱਥੇ ਗਰਮੀ ਨਹੀਂ ਪੈਂਦੀ। ਜਦੋਂ ਗਰਮੀ ਨਹੀਂ ਪੈਂਦੀ ਤਾਂ ਬਰਫ਼ ਪਿੰਘਰਦੀ ਨਹੀਂ। ਜਦੋਂ ਬਰਫ਼ ਪਿੰਘਰਦੀ ਨਹੀਂ ਤਾਂ ਦਰਿਆਵਾਂ 'ਚ ਪਾਣੀ ਨਹੀਂ ਆਉਂਦਾ। ਸਾਡੇ ਦਰਿਆਵਾਂ 'ਚ ਪਾਣੀ ਆਉਂਦਾ ਹੈ ਸਾਡੇ ਠੰਡੇ ਔਰ ਗਰਮ ਮੌਸਮ ਕਰਕੇ। ਉਹ ਬਰਫ਼ ਪਿੰਘਰ ਕੇ ਜਿਹੜੀ ਸਾਡੇ ਖੇਤੀ ਦੇ ਕੰਮ ਆਉਂਦਾ ਪਾਣੀ। ਫਿਰ ਸਾਡੇ ਕੋਲੇ ਜਿਹੜਾ 8000 ਕਿਲੋਮੀਟਰ ਸਮੁੰਦਰੀ ਤੱਟ ਹੈ। ਸਾਡੇ ਕੋਲੇ ਸਮੁੰਦਰੀ ਤੱਟ ਦੇ ਅੰਦਰ ਖੇਤੀ ਇੱਕ ਤਾਂ ਫਿਸ਼ਰੀ ਦੀ ਹੁੰਦੀ ਹੈ। ਫਿਸ਼ਰੀ 'ਚ ਦੋ ਕਿਸਮ ਦੀ ਖੇਤੀ ਹੈ, ਫਿਸ਼ਿੰਗ ਤੇ ਫਿਸ਼ਰੀ। ਫਿਸ਼ਿੰਗ ਮੱਛੀ ਪਕੜਨ ਤੇ ਫਿਸ਼ਿੰਗ ਮੱਛੀ ਪਾਲਣ, ਐਕੁਆਕਲਚਰ ਹੁੰਦੀ ਹੈ। ਜਿਹੜਾ ਅਸੀਂ ਸਮੁੰਦਰ ਦੇ ਅੰਦਰ ਬਹੁਤ ਕਿਸਮ ਦੀ ਖੇਤੀ ਜਿਹੜੀ ਕਰਦੇ ਹਾਂ, ਸਮੁੰਦਰ ਦੇ ਖਣਿਜ ਪਦਾਰਥ ਹੈ। 8000 ਕਿਲੋਮੀਟਰ ਦੇ ਅੰਦਰ ਸਾਡਾ ਉਹ ਸਾਰਾ ਏਰੀਆ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈ ਸਮੁੰਦਰੀ ਜੀਵਾਂ ਦੀ ਖੇਤੀ ਜਿਹੜੀ ਹੈ ਕੀਤੀ ਜਾਂਦੀ ਹੈ। ਫਿਰ ਸਾਡੇ ਕੋਲੇ ਮਤਲਬ ਬਹੁਤ ਸਾਰਾ ਪਲੇਨ ਏਰੀਆ। ਜੇ ਤੁਸੀਂ ਦੇਖੋਗੇ ਭਾਰਤ ਦਾ ਪਲੇਨ ਏਰੀਆ ਜਾਂ ਸਾਰਾ ਕੁੱਲ ਮਿਲਾ ਕੇ ਸਾਡੇ ਕੋਲ ਐਰੇਬਲ ਲੈਂਡ ਜਿਹਨੂੰ ਕਹਿੰਦੇ ਆ ਖੇਤੀ ਕਰਨਯੋਗ ਲੈਂਡ 57%। ਅਸੀਂ ਸਾਰੇ ਸੰਸਾਰ 'ਚ ਖੇਤੀ ਕਰਨਯੋਗ ਲੈਂਡ 'ਚ ਪਹਿਲੇ ਨੰਬਰ ਤੇ। ਅਮਰੀਕਾ ਦੀ ਇਹ ਲੈਂਡ 17.24% ਹੈ ਜਿਹੜੀ ਉਹਦੀ ਟੋਟਲ ਲੈਂਡ ਹੈ। ਉਹਦਾ ਹਿੱਸਾ ਚਾਈਨਾ ਦੀ 12.68% ਹੈ। ਆਸਟ੍ਰੇਲੀਆ ਦੀ ਇਸ ਜਿਹੜੀ ਹੈ 4% ਹੈ। ਕੈਨੇਡਾ ਦੀ 4.3 ਹੈ। ਰਸ਼ੀਆ ਦੀ 7.3 ਹੈ। ਅਸੀਂ 57% ਜ਼ਮੀਨ ਸਾਡੇ ਕਿਸਾਨ ਨੇ ਖੇਤੀ ਕਰਨ ਯੋਗ ਬਣਾ ਲਈ ਹੈ, ਜਿਹਦੇ ਤੋਂ ਖੇਤੀ ਕਰਦਾ। ਸਾਡੇ ਤੋਂ ਬਾਅਦ ਬੰਗਲਾਦੇਸ਼ ਦੀ ਹੈ 60% ਹੈ। ਬੰਗਲਾਦੇਸ਼ ਕੰਟਰੀ ਬਹੁਤ ਸਮਾਲ ਹੈ। ਸਾਡੇ ਕੋਲ ਫਸਲਾਂ ਦੀ ਵੈਰਾਈਟੀ ਬਹੁਤ ਹੈ। ਸਾਡੇ ਕੋਲ ਅੰਬਾਰ ਹੈ ਫਸਲਾਂ ਦਾ, ਮਤਲਬ ਜਿਹੜੀ ਹੈ ਜਿੰਨੀਆਂ ਵੈਰਾਈਟੀ ਸਾਡੇ ਕੋਲ 8000 ਵੈਰਾਈਟੀ ਤਾਂ ਮੈਡੀਸਨਲ ਪਲਾਂਟਸ ਦੀ ਹੈ। ਜਿਹੜੇ ਐਸੇ ਪਲਾਂਟ ਹੈ, ਬੂਟੀਆਂ, ਜੜੀਆਂ ਬੂਟੀਆਂ ਜਿਨ੍ਹਾਂ ਨੂੰ ਦੇਖ ਕੇ ਬਿਮਾਰੀਆਂ ਮਤਲਬ ਭੱਜਦੀਆਂ। ਸਾਡੇ ਕੋਲ ਕਣਕ ਦੀ ਪੈਦਾਵਾਰ 'ਚ ਅਸੀਂ ਸਾਰੇ ਸੰਸਾਰ 'ਚ ਮਤਲਬ ਕਣਕ ਦੀ ਇਹਦੀ ਜਿਹੜੀ ਚੌਲਾਂ ਦੀ ਪੈਦਾਵਾਰ ਹੈ ਤੇ ਕੁੱਲ ਮਿਲਾ ਕੇ ਅਨਾਜ ਦੀ ਪੈਦਾਵਾਰ 'ਚ ਅਸੀਂ ਦੂਜੇ ਨੰਬਰ ਤੇ ਹਾਂ। ਪਹਿਲੇ ਨੰਬਰ ਤੇ ਚਾਈਨਾ ਇਸ ਪੈਦਾਵਾਰ ਦੇ ਅੰਦਰ, ਦੂਜੇ ਨੰਬਰ ਤੇ ਅਸੀਂ ਹਾਂ। ਫਿਰ ਜਦੋਂ ਤੁਸੀਂ ਲਾਓਗੇ ਇਹਨਾਂ ਦੀ ਪੈਦਾਵਾਰ, ਜਿੱਥੇ ਅਸੀਂ ਪਹਿਲੇ ਨੰਬਰ ਤੇ ਹਾਂ, ਪਹਿਲੇ ਨੰਬਰ ਤੇ ਮਸਾਲੇ ਸਾਰੇ ਸੰਸਾਰ ਦੇ ਸਭ ਤੋਂ ਵੱਧ ਅਸੀਂ ਪੈਦਾ ਕਰ ਰਹੇ ਹਾਂ ਸਾਰੀ ਦੁਨੀਆ 'ਚ। ਪਹਿਲੇ ਨੰਬਰ ਤੇ ਜਿਹੜਾ ਅੰਬ ਹੈ, ਮਤਲਬ ਜਾਂ ਜਿਹੜੇ ਕੁਝ ਫਰੂਟ ਹੈ, ਅੰਬ ਦੇ ਨਾਲ ਹੀ ਕੇਲਾ ਹੈ, ਇਹ ਅਸੀਂ ਪਹਿਲੇ ਨੰਬਰ ਤੇ ਪੈਦਾ ਕਰ ਰਹੇ ਹਾਂ ਸਾਰੇ ਸੰਸਾਰ ਦੇ ਅੰਦਰ। ਕਾਟਨ, ਅਸੀਂ ਜਿਹੜੀ ਕਪਾਹ ਹੈ, ਪਟਸਨ, ਅਸੀਂ ਸਾਰੇ ਸੰਸਾਰ 'ਚ ਪਹਿਲੇ ਨੰਬਰ ਤੇ ਹਾਂ। ਦੁੱਧ ਦੀ ਪੈਦਾਵਾਰ 'ਚ ਅਸੀਂ ਪਹਿਲੇ ਨੰਬਰ ਤੇ ਹਾਂ। ਬਰੀਕ ਅਨਾਜ ਜਿਹਨਾਂ ਨੂੰ ਮਿਲਟਸ ਕਹਿੰਦੇ ਆ,
ਮਿਲਟਸ 'ਚ ਅਸੀਂ ਪਹਿਲੇ ਨੰਬਰ ਤੇ ਆ, ਗਰਮ ਮਸਾਲਿਆਂ 'ਚ ਅਸੀਂ ਪਹਿਲੇ ਨੰਬਰ ਤੇ ਆ ਸਾਰੇ ਸੰਸਾਰ 'ਚ, ਅਦਰਕ ਅਸੀਂ ਪਹਿਲੇ ਨੰਬਰ ਤੇ ਆ। ਮਤਲਬ ਕਿੰਨੀਆਂ ਚੀਜ਼ਾਂ ਜਿਹੜੀ ਸਾਰੇ ਸੰਸਾਰ 'ਚ ਸਭ ਤੋਂ ਵੱਧ ਪੈਦਾ ਕਰਦੇ ਹਾਂ ਅਸੀਂ। ਦਾਲਾਂ, ਕਮਾਲ ਦੀ ਗੱਲ ਇਹ ਹੈ, ਸਾਰੇ ਸੰਸਾਰ ਦਾ 25% ਦਾਲਾਂ ਅਸੀਂ ਪੈਦਾ ਕਰ ਰਹੇ ਹਾਂ ਹਿੰਦੁਸਤਾਨ ਵਾਲੇ। ਇਸ ਤੋਂ ਬਾਅਦ ਜਦੋਂ ਅਸੀਂ ਦੂਜੇ ਨੰਬਰ ਤੇ ਆਉਂਦੇ ਹਾਂ, ਦੂਜੇ ਨੰਬਰ ਤੇ ਅਸੀਂ, ਜੇ ਤੇ ਤੁਸੀਂ ਕਣਕ ਚਾਵਲ ਨੂੰ ਲਾਓਗੇ, ਚਾਈਨਾ ਤੋਂ ਬਾਅਦ ਕਣਕ ਚਾਵਲ ਸਾਡੇ ਕੋਲ ਦੂਜੇ ਨੰਬਰ ਤੇ, ਫਲ ਤੇ ਸਬਜ਼ੀਆਂ ਕੁੱਲ ਮਿਲਾ ਕੇ ਅਸੀਂ ਦੂਜੇ ਨੰਬਰ ਤੇ ਹਾਂ। ਤੇ ਰੇਸ਼ਮ ਅਸੀਂ ਦੂਜੇ ਨੰਬਰ ਤੇ ਹਾਂ, ਚਾਹ ਅਸੀਂ ਦੂਜੇ ਨੰਬਰ ਤੇ ਹਾਂ, ਲਸਣ 'ਚ ਦੂਜੇ ਨੰਬਰ ਤੇ ਹਾਂ, ਆਲੂ ਦੀ ਪੈਦਾਵਾਰ, ਮੂੰਗਫਲੀ ਦੀ ਪੈਦਾਵਾਰ, ਇਹ ਸਾਰੀਆਂ ਅਸੀਂ ਦੂਜੇ ਨੰਬਰ ਤੇ ਹਾਂ ਚੀਨ ਤੋਂ ਬਾਅਦ। ਇਸ ਤੋਂ ਬਾਅਦ ਕਈ ਚੀਜ਼ਾਂ ਐਸੀਆਂ ਜਿਹੜੀਆਂ ਅਸੀਂ ਮਤਲਬ ਮੱਛੀ ਪਾਲਣ ਹੈ, ਕਾਲੀ ਮਿਰਚ ਹੈ, ਇਹ ਸਾਰੀਆਂ ਅਸੀਂ ਦੂਜੇ ਨੰਬਰ ਤੇ ਹਾਂ। ਚਾਈਨਾ ਨਹੀਂ, ਇਹਨਾਂ 'ਚ ਕਈ ਕੰਟਰੀ ਹੋਰ ਜਿਹੜੇ ਆ ਸਾਡੇ ਤੋਂ ਅੱਗੇ ਹੈ। ਫਿਰ ਜਿਹੜਾ ਲਾਈਵ ਸਟਾਕ ਹੈ, ਲਾਈਵ ਸਟਾਕ ਖੇਤੀ ਦਾ ਇੱਕ ਬਹੁਤ ਵੱਡਾ, ਜਿਹਨੂੰ ਪਸ਼ੂ ਧਨ ਕਹਿੰਦੇ ਆ, ਖੇਤੀ ਦਾ ਇੱਕ ਬਹੁਤ ਵੱਡਾ ਸਾਧਨ ਹੈ ਉਹ। ਉਹਦੇ 'ਚ ਮੁਰਗੀ ਪਾਲਣ ਆਉਂਦਾ ਹੈ, ਮੁਰਗੀ ਪਾਲਣ ਤੋਂ ਬਾਅਦ ਬੱਤਖ ਪਾਲਣ ਆਉਂਦਾ ਹੈ, ਫਿਰ ਸੂਰ ਪਾਲਣ ਆਉਂਦਾ ਹੈ, ਬੱਕਰੀ ਪਾਲਣ ਆਉਂਦਾ ਹੈ, ਮੱਛੀ ਪਾਲਣ ਆਉਂਦਾ ਹੈ, ਗਾਂ ਪਾਲਣ, ਮੱਝ ਪਾਲਣ, ਡੈਰੀ ਫਾਰਮਿੰਗ ਜਿਹਨੂੰ ਕਹਿੰਦੇ ਆ, ਉਹ ਆਉਂਦਾ। ਇਹ ਸਾਰੇ ਸੰਸਾਰ 'ਚ ਪਸ਼ੂ ਧਨ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਹਾਂ। ਦੁੱਧ ਦੀ ਪੈਦਾਵਾਰ 'ਚ ਵੀ ਅਸੀਂ ਹਾਂ, ਤੇ ਪਸ਼ੂ ਧਨ 'ਚ ਵੀ ਸਾਰੇ ਪਹਿਲੇ ਨੰਬਰ ਤੇ ਅਸੀਂ ਹਾਂ। ਤੇ ਜਦੋਂ ਸਾਡਾ ਖੇਤੀ ਦਾ ਸਿਸਟਮ ਇੰਨਾ ਵਧੀਆ ਹੈ ਵੀ ਅਸੀਂ ਸੰਸਾਰ 'ਚ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ, ਖੇਤੀ ਦੀ ਜ਼ਮੀਨ 'ਚ ਪਹਿਲੇ ਨੰਬਰ ਤੇ ਮਤਲਬ ਖੜੇ ਹਾਂ, ਤਾਂ ਸਾਡੇ ਸਿਸਟਮ ਦੇ ਅੰਦਰ ਨੁਕਸਾ, ਅਸੀਂ ਇੰਨਾ ਕੁਝ ਪੈਦਾ ਕਰਤਾ ਹੈ ਵੀ ਸਾਡਾ ਇੱਕ ਵੀ ਬੰਦਾ ਭੁੱਖਾ ਨਹੀਂ ਸੌ ਸਕਦਾ। ਹਿੰਦੁਸਤਾਨ ਦੀ ਜਿੰਨੀ ਆਬਾਦੀ ਹੈ, ਹਿੰਦੁਸਤਾਨ ਦੀ ਖੁਰਾਕ ਦੀ ਜਿਹੜੀ ਅਨਾਜ ਦੀ ਪੈਦਾਵਾਰ ਹੈ, ਉਸ ਦੀਆਂ ਲੋੜਾਂ ਤੋਂ ਵਾਧੂ ਹੈ। ਸਾਡੇ ਕੋਲ ਗਰਮ ਮਸਾਲੇ ਇਹੋ ਜਿਹੇ ਵਧੀਆ ਹੈ, ਮਤਲਬ ਜਿਹੜੇ ਤੁਹਾਨੂੰ ਸੰਸਾਰ 'ਚ ਬਹੁਤ ਘੱਟ ਮਿਲਦੇ ਆ, ਜਿਨ੍ਹਾਂ ਨੂੰ ਦੇਖ ਕੇ ਬਿਮਾਰੀਆਂ ਐਂ ਦੌੜਦੀਆਂ ਜਿਵੇਂ ਕਾਂ ਗਲੇਲ ਤੋਂ ਦੌੜਦਾ ਹੈ। ਸੋ ਉਹ ਜਦੋਂ ਇੰਨਾ ਕੁਝ ਹੁੰਦੇ ਹੋਏ ਤੁਹਾਡੇ ਕੋਲੇ, ਤੁਸੀਂ ਆਪਣੀ ਵਸੋਂ ਨੂੰ ਇਕੱਲਾ ਭੋਜਨ ਨਹੀਂ ਰੱਜ ਕੇ, ਭੋਜਨ ਦੇਣਾ ਔਰ ਨਿਊਟ੍ਰੀਸ਼ੀਅਸ ਫੂਡ ਦੇਣਾ, ਉਹ ਦੋ ਵੱਖੋ ਵੱਖ ਚੀਜ਼ਾਂ। ਅਸੀਂ ਰੱਜ ਕੇ ਨਿਊਟ੍ਰੀਸ਼ੀਅਸ ਫੂਡ ਦੇ ਸਕਦੇ ਹਾਂ ਉਸਨੂੰ, ਆਪਣੀ ਵਸੋਂ ਨੂੰ। ਸਾਡੇ ਤਾਂ ਦੋ ਤਰ੍ਹਾਂ ਦੀ ਭੁੱਖ ਹੈ। ਇੱਕ ਤਾਂ ਹੈਗੀ ਭੁੱਖਮਰੀ, ਵੈਸੇ ਹੀ ਲੋਕਾਂ ਨੂੰ ਖਾਣ ਨੂੰ ਨਹੀਂ ਮਿਲਦਾ। ਦੂਜਾ ਹੈ ਹਿਡਨ ਹੰਗਰ, ਜਿਹਨੂੰ ਹਿਡਨ ਹੰਗਰ ਕਹਿੰਦੇ ਆ, ਵੀ ਜਿਹਨੂੰ ਮਤਲਬ ਮਿਲਦਾ ਤਾਂ ਹੈ ਖਾਣ ਨੂੰ, ਪਰ ਉਸ ਨੂੰ ਉਹ ਨਿਊਟ੍ਰੀਸ਼ਨ ਨਹੀਂ ਮਿਲਦੇ, ਜਿਹੜੇ ਉਸ ਨੂੰ ਖੁਰਾਕੀ ਤੱਤ ਨਹੀਂ ਮਿਲਦੇ, ਜਿਹੜੇ ਖੁਰਾਕੀ ਤੱਤ ਉਸ ਨੂੰ ਪੌਸ਼ਟਿਕ ਆਹਾਰ ਲਈ ਚਾਹੀਦੇ, ਉਹ ਨਹੀਂ ਹੈ। ਪਰ ਸਾਡੇ ਕੋਲ ਮੌਜੂਦ ਹੈ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਸਾਡੇ ਸਿਸਟਮ ਦੇ ਅੰਦਰ ਨੁਕਸ ਹੈ ਬਹੁਤ ਵੱਡਾ, ਜਿਹੜੇ ਨੁਕਸ ਨੂੰ ਸਾਨੂੰ ਫੜਨ ਦੀ ਲੋੜ ਹੈ। ਜੇ ਸਾਡੇ ਸਿਸਟਮ ਦੇ ਅੰਦਰ ਨੁਕਸ ਹੈ ਕਿ ਸਾਡੇ ਕੋਲ ਪੈਦਾਵਾਰ ਦੀ ਬਹੁਤਾਤ ਹੈ ਤੇ ਸਾਡੇ ਲੋਕ ਭੁੱਖੇ ਸੌ ਰਹੇ ਨੇ। ਜੀ ਜਿਵੇਂ ਮੇਰਾ ਆਹੀ ਅਗਲਾ ਸਵਾਲ ਸੀ। ਤੁਸੀਂ ਦੱਸਿਆ ਕਿ ਸਾਡੀ ਖੇਤੀ ਹੈ, ਜੋ ਪੰਜਾਬ ਦੀ ਖੇਤੀ ਹੈ, ਸਾਡੇ ਦੇਸ਼ ਭਾਰਤ ਦੀ ਖੇਤੀ ਹੈ, ਅੰਤਰਰਾਸ਼ਟਰੀ ਕੀ ਪੋਜੀਸ਼ਨ ਹੈ ਉਹਦੀ, ਤੁਸੀਂ ਬੜੇ ਬਾਖੂਬੀ ਤਰੀਕੇ ਦੇ ਨਾਲ ਦੱਸਿਆ। ਤੁਸੀਂ ਦੱਸਿਆ ਕਿ ਸਾਡੀ ਧਰਤੀ ਅਨੁਕੂਲ ਕਿਵੇਂ ਹੈ ਫਸਲਾਂ ਦੇ, ਤੁਸੀਂ ਬੜੇ ਬਾਖੂਬੀ ਤਰੀਕੇ ਨਾਲ ਇਹ ਗੱਲ ਤੁਸੀਂ ਦੱਸੀ। ਜਦੋਂ ਤੁਸੀਂ ਪੈਦਾਵਾਰ ਦੀ ਗੱਲ ਕਰ ਰਹੇ ਹੋ ਕਿ ਅਸੀਂ ਸੰਸਾਰ ਤੋਂ ਅੱਗੇ ਹਾਂ ਹਰ ਤਰ੍ਹਾਂ ਦੀ ਪੈਦਾਵਾਰ ਦੇ ਵਿੱਚ, ਤਾਂ ਫਿਰ ਸਾਡਾ ਦੇਸ਼ ਭੁੱਖਾ ਕਿਉਂ ਸੌਂਦਾ? ਇਹ ਕੁਐਸਚਨ ਜਿਹੜਾ ਹੈ ਨਾ, ਬੜਾ ਰੈਲੇਵੈਂਟ ਕੁਐਸਚਨ ਹੈ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਜਦੋਂ ਸਾਡੇ ਕੋਲੇ ਇੰਨੀ ਪੈਦਾਵਾਰ ਹੈ ਤੇ ਸਾਡੇ ਲੋਕਾਂ ਨੂੰ ਉਹ ਖੁਰਾਕ ਕਿਉਂ ਨਹੀਂ ਮਿਲਦੀ, ਜਿਹੜੀ ਖੁਰਾਕ ਤੁਸੀਂ ਮਤਲਬ ਇੰਨੀ ਵਧੀਆ ਅਨਾਜ, ਇੰਨੇ ਵਧੀਆ ਗਰਮ ਮਸਾਲੇ, ਇੰਨੇ ਵਧੀਆ ਫਲ, ਇੰਨੀ ਵਧੀਆ ਸਬਜ਼ੀਆਂ, ਇੰਨੇ ਵਧੀਆ ਜਿਹੜੇ ਮਤਲਬ ਦਾਲਾਂ, ਇੰਨੇ ਵਧੀਆ ਜਿਹੜਾ ਹੈ ਦੁੱਧ, ਇੰਨਾ ਵਧੀਆ ਦੂਜਾ ਲਾਈਵ ਸਟਾਕ, ਜਿਹੜੀਆਂ ਖਾਣ ਵਾਲੀਆਂ, ਜਿਹੜੀਆਂ ਮੀਟ ਵਾਲੀਆਂ ਚੀਜ਼ਾਂ ਨੇ, ਉਹ ਪੈਦਾ ਕਰ ਰਹੇ ਹੋ, ਤਾਂ ਤੁਹਾਡੇ ਲੋਕ ਹੰਗਰ, ਉਹਨਾਂ 'ਚ ਹੰਗਰ ਕਿਉਂ ਹੈ, ਹਿਡਨ ਹੰਗਰ ਕਿਉਂ? ਦੋ ਚੀਜ਼ਾਂ ਸਾਡੇ ਸਿਸਟਮ ਦੇ ਅੰਦਰ, ਪ੍ਰਬੰਧ ਦੇ ਅੰਦਰ ਬਹੁਤ ਵੱਡਾ ਨੁਕਸ ਹੈ। ਇੱਥੇ ਜਿਹੜਾ ਜਦੋਂ ਤੁਸੀਂ ਦੇਖੋਗੇ ਓਵਰਆਲ, ਜਿਹੜਾ ਪੈਦਾ ਕਰ ਰਿਹਾ ਹੈ ਔਰ ਜਿਹੜਾ ਉਸ ਨੂੰ ਖਰੀਦ ਰਿਹਾ, ਸਟੋਰ ਕਰ ਰਿਹਾ, ਔਰ ਜਿਹੜਾ ਮਾਰਕੀਟ 'ਚ ਲੈ ਕੇ ਜਾ ਰਿਹਾ, ਉਹਦੇ ਅੰਦਰ ਇੱਕ ਬਹੁਤ ਵੱਡਾ ਪਾੜਾ। ਤੁਸੀਂ ਜਨਰਲ ਮੰਡੀਆਂ ਚਲੇ ਜਾਓ, ਜਦੋਂ ਜਨਰਲ ਮੰਡੀਆਂ ਜਾਂਦੇ ਹਾਂ ਤਾਂ ਕਿਸਾਨ ਦੀ ਜਿਹੜੀ ਉਹ ਫਸਲ ਜਿਹੜੀ 5 ਰੁਪਏ ਕਿਲੋ ਵੀ ਨਹੀਂ ਵਿਕਦੀ ਹੈ, ਉਹ ਇਮੀਡੀਏਟਲੀ ਮੰਡੀ ਤੋਂ ਬਾਹਰ ਨਿਕਲ ਕੇ 25-20 ਰੁਪਏ ਕਿਲੋ ਹੋ ਜਾਂਦੀ ਹੈ, ਤਿੱਗਣੇ ਚੌਗਣੇ ਭਾਅ 'ਤੇ ਹੋ ਜਾਂਦੀ ਹੈ। ਫਿਰ ਉਹ ਜਦੋਂ ਸਟੋਰਾਂ 'ਚ ਪਹੁੰਚ ਜਾਂਦੀ ਹੈ, ਸਟੋਰਾਂ 'ਚ ਫਿਰ ਉਹਨਾਂ ਦੇ ਮਨਮਰਜ਼ੀ ਦੇ ਭਾਅ ਹੁੰਦੇ ਆ। ਉਹ ਲੋਕਾਂ ਦੀ ਪਰਚੇਜ਼ਿੰਗ ਪਾਵਰ ਨਹੀਂ ਹੈ ਜਿਹੜੀ, ਜੇ ਇਹਦੇ ਅੰਦਰ ਮਤਲਬ ਜੇ ਕਿਸਾਨ ਨੂੰ ਪੈਦਾਵਾਰ ਦਾ ਮੁੱਲ ਮਿਲੇ ਤੇ ਉਹਦਾ ਜਿਹੜਾ ਅੱਗੇ ਡਿਸਟ੍ਰੀਬਿਊਸ਼ਨ ਹੈ ਲੋਕਾਂ ਤੱਕ ਪਹੁੰਚਾਉਣ ਦਾ, ਉਹਦੀ ਕੋਈ ਕੀਮਤਾਂ ਤੇ ਇੱਕ ਪੈਮਾਨਾ ਹੋਵੇ ਵੀ ਤੁਸੀਂ ਇਸ ਤੋਂ ਬਾਅਦ ਕੀਮਤਾਂ ਨਹੀਂ ਵਧਾ ਸਕਦੇ। ਇਹ ਸਾਰਾ ਜਿਹੜਾ ਇੱਕ ਜ਼ਖੀਰੇਬਾਜ਼ਾਂ ਨੇ ਟੋਟਲ ਖੇਤੀ ਦੇ ਸਿਸਟਮ ਨੂੰ ਕਬਜ਼ਾ ਲਿਆ। ਖੇਤੀ ਦਾ ਸਿਸਟਮ ਕਿਸਾਨ ਦਾ ਮਤਲਬ ਸਾਡੇ ਕੋਲ ਹੈ, ਸਾਰਾ ਕੁਝ ਹੈ, ਨਾ ਤਾਂ ਕਿਸਾਨ ਨੂੰ ਉਹਦਾ ਮੁੱਲ ਮਿਲ ਰਿਹਾ, ਤੇ ਜੇ ਕਿਸਾਨ ਨੂੰ ਮੁੱਲ ਨਹੀਂ ਮਿਲ ਰਿਹਾ ਤਾਂ ਉਹ ਮਾਰਕੀਟ 'ਚ ਜਾ ਕੇ
ਬਾਕੀ ਚੀਜ਼ਾਂ ਨਹੀਂ ਖਰੀਦ ਸਕਦਾ ਆਪਣੀਆਂ ਲੋੜਾਂ ਦੀਆਂ, ਜੇ ਉਹਦੇ ਕੋਲ ਪੈਸੇ ਹੈ ਨਹੀਂ ਜੇਬ ਦੇ ਅੰਦਰ, ਨਾ ਖਪਤਕਾਰ ਨੂੰ ਉਸ ਰੇਟ ਤੇ ਮਿਲ ਰਹੀ ਹੈ, ਤੇ ਖਪਤਕਾਰ ਤੋਂ ਨੂੰ ਮਤਲਬ ਜਿਹੜਾ ਖਪਤਕਾਰ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ, ਕਿਸਾਨ ਨੂੰ ਉਹਦਾ ਮੁੱਲ ਨਹੀਂ ਮਿਲ ਰਿਹਾ। ਇਹਦੇ ਲਈ ਸਾਡੇ ਪ੍ਰਬੰਧਿਤ ਸਿਸਟਮ ਹੈ ਕਿ ਸਾਡਾ ਪ੍ਰਬੰਧ ਉਹਨਾਂ ਲੋਕਾਂ ਨੇ ਹਥਿਆ ਲਿਆ ਜਿਹੜੇ ਲੋਕ ਧਨ ਕੁਬੇਰ ਹੈ, ਤੇ ਧਨ ਕੁਬੇਰਾਂ ਨੇ ਇਸ ਪ੍ਰਬੰਧ ਨੂੰ ਹਥਿਆ ਕੇ ਇਸ ਸਾਰੇ ਸਿਸਟਮ ਤੇ ਕਬਜ਼ਾ ਕਰਕੇ ਚੰਦ ਲੋਕਾਂ ਦੇ ਮੁਨਾਫੇ ਲਈ ਉਸ ਨੂੰ ਵਰਤ ਰਹੇ ਆ। ਇਸ ਕਰਕੇ ਸਾਡੇ ਲੋਕ ਭੁੱਖੇ ਸੌਂਦੇ ਆ। ਇਸ ਕਰਕੇ ਨਹੀਂ ਭੁੱਖੇ ਸੌਂਦੇ ਕਿ ਸਾਡੇ ਕੋਲ ਹੈ ਕੁਛ ਨਹੀਂ ਹੈ, ਸਾਡਾ ਤਾਂ ਅਨਾਜ ਸਟੋਰਾਂ 'ਚ ਗਲ ਜਾਂਦਾ ਪਿਆ। ਮਤਲਬ ਸਾਡੀ FCI ਦਾ ਮਤਲਬ ਜਿਹੜਾ ਅਨਾਜ FCI ਸਟਾਕ ਕਰਦੀ ਹੈ, ਮਤਲਬ ਪੰਜਾਬ ਦਾ 400 500 ਕਰੋੜ ਦਾ ਅਨਾਜ ਨਸ਼ਟ ਹੋਇਆ, ਜਿਹੜਾ ਉਹ ਚੱਕ ਨਹੀਂ ਪਾਏ ਹੈ, ਚੱਕ ਕੇ ਲੋਕਾਂ ਤੱਕ ਪਹੁੰਚਾ ਨਹੀਂ ਪਾਏ ਹੈ। ਉਸ ਪ੍ਰਬੰਧ 'ਚ ਨੁਕਸ ਹੈ, ਕਿਤੇ ਸਾਡੇ ਕਿਸਾਨ 'ਚ ਨੁਕਸ ਨਹੀਂ ਹੈ, ਸਾਡੇ ਬਾਕੀ ਜਿਹੜਾ ਪੈਦਾ ਕਰਨ ਵਾਲੇ 'ਚ ਨੁਕਸ। ਜੋਗਿੰਦਰ ਜੀ, ਤੁਸੀਂ ਦੱਸਿਆ ਕਿ ਜੋ ਸਰਮਾਏਦਾਰ ਨੇ ਉਹਨਾਂ ਦਾ ਗਲਵਾ ਵੱਡਾ, ਇਸੇ ਕਰਕੇ ਸਾਡੇ ਦੇਸ਼ 'ਚ ਜਨਤਾ, ਸਾਡੀ ਗਰੀਬ ਜਨਤਾ ਭੁੱਖਮਰੀ ਦਾ ਸ਼ਿਕਾਰ ਹੈ। ਮੇਰੇ ਮਾਈਂਡ 'ਚ ਇੱਕ ਹੋਰ ਗੱਲ ਹੈ, ਜੋ ਪਹਿਲਾਂ ਆਪਾਂ ਗੱਲਾਂ ਕਰ ਰਹੇ ਸੀ ਪੈਦਾਵਾਰ ਦੀ, ਵਾਤਾਵਰਨ ਦੀ, ਅੰਤਰਰਾਸ਼ਟਰੀ ਪੱਧਰ ਉੱਤੇ ਸਾਡੀ ਖੇਤੀ ਕਿਵੇਂ ਦੀ ਹੈ। ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਕਿ ਜੇਕਰ ਅੱਜ ਦੇ ਸੰਦਰਭ ਦੇ ਵਿੱਚ ਅਸੀਂ ਗੱਲ ਕਰੀਏ, ਤਾਂ ਅੱਜ ਦੇ ਸੰਦਰਭ ਦੇ ਵਿੱਚ ਪਿਛਲੇ ਸਮੇਂ ਨੂੰ ਜੋੜ ਕੇ ਸਾਡੀ ਖੇਤੀ ਦੀਆਂ ਲੋੜਾਂ ਕੀ ਨੇ? ਸਾਡੀ ਖੇਤੀ ਦੀਆਂ ਜਿਹੜੀ ਲੋੜਾਂ ਆ ਨਾ, ਖੇਤੀ ਦੀਆਂ ਲੋੜਾਂ ਬਾਰੇ ਸਾਡੇ ਇੱਕ ਜਿਹੜੀ ਬੈਸਟ ਸਟੱਡੀ ਅੱਜ ਤੱਕ ਹੋਈ ਹੈ ਖੇਤੀ ਦੀ, ਉਹ ਸਵਾਮੀਨਾਥਨ ਕਮਿਸ਼ਨ ਨੇ ਦੱਸਿਆ ਹੈ ਕਿ ਅਸਲ 'ਚ ਸਾਡੀ ਖੇਤੀ ਦੀਆਂ ਜ਼ਰੂਰਤਾਂ ਕੀ ਹੈ। ਉਹਦੀਆਂ ਸਿਫਾਰਸ਼ਾਂ ਬੜੀ ਬਿਊਟੀਫੁਲ ਹੈ, ਜਿਹੜੀਆਂ ਉਹਦੀਆਂ ਸਿਫਾਰਸ਼ਾਂ ਸਿਰਫ MSP ਤੇ ਉਹ ਕਿਤੇ ਜਦੋਂ ਅਗਲੇ ਚੈਪਟਰ ਤੇ ਆਪਾਂ ਆਵਾਂਗੇ, ਜਦੋਂ ਕਰਾਂਗੇ ਅਗਲੇ ਕਿਸੇ ਐਪੀਸੋਡ 'ਚ ਗੱਲ, ਤਾਂ ਉਸ ਕਮਿਸ਼ਨ ਬਾਰੇ ਆਪਾਂ ਡਿਟੇਲ ਡਿਸਕਸ਼ਨ ਕਰਾਂਗੇ ਕਿ ਉਹ ਸਾਰਾ ਹੈ ਕੀ ਹੈ, ਕਿਉਂਕਿ ਇਹ ਇਕੱਲੀ MSP ਉਹਦੇ ਬਾਰੇ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਸਵਾਮੀਨਾਥਨ ਕਮਿਸ਼ਨ ਨੇ ਮਿਨੀਮਮ ਸਪੋਰਟ ਪ੍ਰਾਈਸ ਜਾਂ ਘੱਟੋ ਘੱਟ ਸਮਰਥਨ ਮੁੱਲ ਜਿਹਨੂੰ ਕਹਿੰਦੇ ਆ, ਉਸ ਦੀ ਸਿਫਾਰਿਸ਼ ਕੀਤੀ ਹੈ। ਉਹ ਇੱਕ ਸਿਫਾਰਿਸ਼ ਹੈ, ਉਹਦੀਆਂ ਇਹਦੇ ਨਾਲੋਂ ਵੀ ਬਿਊਟੀਫੁਲ ਸਿਫਾਰਸ਼ਾਂ ਨੇ ਕਿ ਸਾਡੀ ਖੇਤੀ ਦੀਆਂ ਲੋੜਾਂ ਕੀ ਹੈ। ਸਾਡੇ ਡਿਫਰੈਂਟ ਖੇਤੀ ਦੀ ਖਿੱਤੇ ਦੀਆਂ ਡਿਫਰੈਂਟ ਲੋੜਾਂ। ਜਦੋਂ ਤੁਸੀਂ ਮਤਲਬ ਜਾਓਗੇ, ਜਿਹੜੇ ਸਮੁੰਦਰ ਦੇ ਤੱਟ ਤੇ ਖੇਤੀ ਕਰਦੇ ਆ, ਉਹਨਾਂ ਦੀਆਂ ਲੋੜਾਂ ਆਲ ਟੂਗੇਦਰ ਡਿਫਰੈਂਟ ਹੈ। ਜਦੋਂ ਉਹ ਸਮੁੰਦਰ 'ਚ ਮੱਛੀ ਪਕੜਨ ਜਾਂਦੇ ਆ ਜਾਂ ਮੱਛੀ ਪਾਲਣ ਜਾਂਦੇ ਆ, ਸਮੁੰਦਰ ਦੇ ਅੰਦਰ ਕਿਸ਼ਤੀ ਦੇ ਅੰਦਰ ਜਾਂਦੇ ਆ, ਤਾਂ ਜਿਸ ਵੇਲੇ ਉਹਨਾਂ ਦੇ ਘਰ ਦੇ ਤੜਕਾ ਛਿੱਲ ਕੇ ਬੈਠੇ ਹੁੰਦੇ ਆ ਬਣਾ ਕੇ ਵੀ ਉਹ ਆਉਣਗੇ ਮੱਛੀ ਫੜ ਕੇ, ਤਾਂ ਅਸੀਂ ਮੱਛੀ ਬਣਾ ਕੇ ਖਾਵਾਂਗੇ ਜਾਂ ਮੱਛੀ ਨੂੰ ਵੇਚਾਂਗੇ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਸ ਬੰਦੇ ਨੇ ਜਿਹੜਾ ਮੱਛੀ ਪਕੜਨ ਗਿਆ ਵੀ ਸਮੁੰਦਰ 'ਚੋਂ ਵਾਪਸ ਆਉਣਾ ਵੀ ਹੈ ਕਿ ਨਹੀਂ ਆਉਣਾ। ਸਮੁੰਦਰ ਦੀਆਂ ਲਹਿਰਾਂ ਨੇ ਉਸ ਨੂੰ ਮਤਲਬ ਆਪਣੇ ਵਿੱਚ ਸਮੇਟ ਲੈਣਾ, ਸਮੁੰਦਰ ਦੇ ਅੰਦਰ ਆਉਣ ਵਾਲੇ ਤੂਫਾਨਾਂ ਨੇ ਉਹਨੂੰ ਸਮੇਟ ਲੈਣਾ। ਸਾਡੀ ਖੇਤੀ ਦੀ ਲੋੜ ਹੈ, ਸਵਾਮੀਨਾਥਨ ਕਮਿਸ਼ਨ ਨੇ ਕਿਹਾ ਸੀ ਕਿ ਸਾਡੀ ਖੇਤੀ ਦੀ ਲੋੜ ਹੈ ਕਿ ਉਸ ਨੂੰ ਮਾਡਰਨ ਟੈਕਨੋਲੋਜੀ ਨਾਲ ਜੋੜੋ। ਜਿਹੜਾ ਸਮੁੰਦਰ 'ਚ ਜਾਂਦਾ, ਖੇਤੀ ਕਰਨ ਜਾਂਦਾ, ਜੇ ਤੁਸੀਂ ਉਸ ਨੂੰ ਮਾਡਰਨ ਟੈਕਨੋਲੋਜੀ ਨਾਲ ਜੋੜ ਦਿਓਗੇ, ਉਸ ਨੂੰ FM ਨਾਲ ਜੋੜ ਦਿਓਗੇ, ਰੇਡੀਓ ਨਾਲ ਜੋੜ ਦਿਓਗੇ, ਉਸ ਨੂੰ ਕਿਸੇ ਤਰ੍ਹਾਂ ਵੀ ਜਿਹੜਾ ਮੌਸਮ ਦਾ ਮਤਲਬ ਤੂਫਾਨਾਂ ਦਾ ਆਉਣਾ, ਉਹ ਮਤਲਬ ਉਸ ਨੂੰ ਮਤਲਬ ਜੋੜ ਦਿਓਗੇ ਕਿ ਖਤਰਾ ਸਾਹਮਣੇ ਆ ਰਿਹਾ ਹੈ, ਉਹ ਆਪਣੀ ਕਿਸ਼ਤੀ ਲੈ ਕੇ ਵਾਪਸ ਆ ਜਾਊਗਾ। ਸਾਡੀ ਖੇਤੀ ਦੀ ਲੋੜ ਹੈ ਕਿ ਉੱਥੇ ਉਸ ਮਛੇਰੇ ਨੂੰ ਉਸ ਢੰਗ ਨਾਲ ਜੋੜਿਆ ਜਾਵੇ। ਸਾਡੀ ਖੇਤੀ ਦੀ ਲੋੜ ਹੈ ਕਿ ਉੱਥੇ ਬਾਇਓਸ਼ੀਲਡ, ਇੱਕ ਸਮੁੰਦਰੀ ਜਿਹੜਾ ਮਟੀਰੀਅਲ ਹੈ ਸਮੁੰਦਰ ਦੇ ਆਲੇ ਦੁਆਲੇ ਮਿਲਦਾ ਸਾਰਾ, ਜਿਹਦੇ 'ਚ ਬਾਇਓਸ਼ੀਲਡ ਬਣ ਜਾਂਦੀ ਹੈ ਵੀ ਜੇ ਕਿਸ਼ਤੀ ਡੁੱਬ ਵੀ ਜਾਵੇ, ਉਹ ਪਾਣੀ ਤੇ ਤੈਰਨ ਵਾਲਾ ਮਟੀਰੀਅਲ ਹੈ, ਉਹਦੀ ਬਾਇਓਸ਼ੀਲਡ ਬਣਾ ਕੇ ਮਛੇਰੇ ਨੂੰ ਪਵਾਤੀ ਜਾਵੇ। ਘੱਟੋ ਘੱਟ ਉਹ ਮਰੂਗਾ ਨਹੀਂ, ਆਪਣੀ ਜਾਨ ਬਚਾ ਲੂਗਾ ਤੈਰ ਕੇ। ਜੇ ਤੂਫਾਨ ਵੀ ਆ ਜਾਂਦਾ ਹੈ, ਉਸ ਬਾਇਓਸ਼ੀਲਡ ਨਾਲ ਕਿ ਬਾਇਓਸ਼ੀਲਡ ਦਿੱਤੀ ਜਾਵੇ, ਉਹਦੀ ਲੋੜ ਹੈ। ਸਾਡੀ ਖੇਤੀ ਦੀ ਲੋੜ ਹੈ। ਸਾਡੀ ਖੇਤੀ ਦੀ ਲੋੜ ਹੈ ਕਿ ਸਾਡਾ ਜਿਹੜਾ ਨਾਰਥ ਈਸਟ ਹੈ, ਸਾਡੇ ਹਾਲੇ ਬਹੁਤ ਸਾਰੀ ਖੇਤੀ ਬੈਕਵਰਡ ਹੈ। ਜਦੋਂ ਤੁਸੀਂ ਦੇਖੋਗੇ ਹਾਲੇ ਪ੍ਰੀਮਿਟਿਵ ਟੂਲ ਹੈ ਸਾਡੇ ਖੇਤੀ ਦੇ ਅੰਦਰ। ਅਸੀਂ ਵੀ ਹਾਲੇ ਵੀ ਅਸੀਂ ਹਲ ਚਲਾ ਰਹੇ ਹਾਂ, ਹਾਲੇ ਵੀ ਸਾਡੇ ਕੋਲ ਉਹੀ ਖੁਰਪਾ ਹੈ, ਹਾਲੇ ਵੀ ਸਾਡੇ ਕੋਲ ਉਹੀ ਦਾਤੀ ਹੈ, ਹਾਲੇ ਵੀ ਸਾਡੇ ਕੋਲ ਉਹੀ ਕਹੀ ਹੈ ਜਿਹੜੀ ਮੁੱਢਲੇ ਮਨੁੱਖ ਨੇ ਆਜ਼ਾਦ ਕੀਤੀ ਸੀ। ਹਲ ਦੇ ਅੰਦਰ ਤਬਦੀਲੀ ਬਹੁਤ ਥੋੜੀ ਆਈ ਹੈ, ਮਤਲਬ ਹੈਰੋ ਆਈ ਹੈ। ਅਜੇ ਉਹਨਾਂ ਥਾਵਾਂ ਤੇ ਖੇਤੀ ਦੇ ਇੰਸਟਰੂਮੈਂਟ ਜਿਹੜੇ ਹੈ ਉਹ ਪ੍ਰੀਮਿਟਿਵ ਹੈ। ਜਿਹਦੀ ਪਹਾੜਾਂ ਦੀ ਖੇਤੀ ਕਰ ਰਿਹਾ ਸੀ, ਜਿਹੜੀ ਟੈਰਸ ਫਾਰਮਿੰਗ ਹੈ, ਜਿਹਦੇ 'ਚ ਉਹਨਾਂ ਨੇ ਖੇਤੀ ਕਰਕੇ ਅੰਬਾਰ ਲਾਤੇ, ਫਲਾਂ ਦੇ ਅੰਬਾਰ ਲਾਤੇ, ਸਬਜ਼ੀਆਂ ਦੇ ਅੰਬਾਰ ਲਾਤੇ, ਉਹ ਖੇਤੀ ਪ੍ਰੀਮਿਟਿਵ ਹੈ। ਹਾਲੇ ਉਹ ਮਧਰੇ ਬਲਦਾਂ ਨਾਲ ਖੇਤੀ ਕਰ ਰਹੇ ਆ ਸਾਰੇ। ਮਤਲਬ ਗੱਡੇ ਉਹੀ ਹੈ, ਰੇੜੇ ਉਹੀ ਹੈ, ਮਤਲਬ ਜਿਹੜੇ ਉਹਨਾਂ ਕੋਲੇ। ਤਾਂ ਕੁਦਰਤੀ ਤੌਰ ਤੇ ਸਾਡੀ ਖੇਤੀ ਦੀ ਲੋੜ ਹੈ ਕਿ ਇਹਨਾਂ ਟੂਲਸ ਨੂੰ ਮਾਡਰਨਾਈਜ਼ ਕੀਤਾ ਜਾਵੇ। ਇਹਨਾਂ ਟੂਲਸ ਨੂੰ ਮਾਡਰਨਾਈਜ਼ ਕਰਕੇ ਉਹਨਾਂ ਨੂੰ ਸਸਤੇ ਦਰਾਂ ਤੇ ਉਹ ਟੂਲ ਜਿਹੜੇ ਮੁਹੱਈਆ ਕਰਾਏ ਜਾਣ, ਤਾਂ ਕਿ ਉਹ ਖੇਤੀ ਦੇ ਅੰਦਰ ਇੱਕ ਤਾਂ ਉਹਨਾਂ ਦਾ ਜੀਵਨ ਸੌਖਾ ਹੋਵੇ, ਇੱਕ ਉਹਨਾਂ ਦਾ ਜਿਹੜਾ ਹੈ ਮਤਲਬ ਜੀਵਨ ਸੌਖਾ ਹੋਣ ਦੇ ਨਾਲ ਨਾਲ ਇੱਕ ਉਹਨਾਂ ਦਾ
ਮਤਲਬ ਆਮਦਨ ਦੇ ਸਾਧਨ ਵਧਣ, ਖੇਤੀ ਥੋੜ੍ਹੀ ਜਿਹੀ ਇੰਟੈਂਸਿਵ ਹੋਵੇ ਟੈਕਨੋਲੋਜੀ ਦੇ ਪੱਖੋਂ। ਸਾਡੀ ਖੇਤੀ ਦੀ ਲੋੜ ਹੈ ਕਿ ਜਿਵੇਂ ਹੁਣ ਪੰਜਾਬ ਹੈ, ਪੰਜਾਬ 'ਚ ਹਾਈਲੀ ਇੰਟੈਂਸਿਵ ਮਤਲਬ ਟੈਕਨੋਲੋਜੀ ਦੇ ਉਹਦੇ ਨਾਲ ਖੇਤੀ ਹੋ ਰਹੀ ਹੈ। ਪੰਜਾਬ 'ਚ ਟਰੈਕਟਰ ਵੀ ਹੈ ਚੱਲ ਰਿਹਾ, ਪੰਜਾਬ 'ਚ ਰੂਟਾਵੇਟਰ ਵੀ ਚੱਲ ਰਿਹਾ, ਪੰਜਾਬ 'ਚ ਕੰਪਿਊਟਰ ਕਰਾਹਾ ਵੀ ਚੱਲ ਰਿਹਾ, ਪੰਜਾਬ 'ਚ ਜਿਹੜਾ ਥ੍ਰੈਸ਼ਰ ਤਾਂ ਪੁਰਾਣੀ ਗੱਲ ਰਹਿ ਗਈ, ਥ੍ਰੈਸ਼ਰ ਤੋਂ ਤਾਂ ਅੱਗੇ ਹਾਰਵੈਸਟਰ ਆ ਗਏ, ਹਾਰਵੈਸਟਰ ਵੀ ਚੱਲ ਰਹੇ ਹੈ। ਪੰਜਾਬ 'ਚ ਸਪਰੇਅ ਦੀਆਂ ਮਸ਼ੀਨਾਂ ਵੀ ਚੱਲ ਰਹੀਆਂ, ਪਲਾਂਟੇਸ਼ਨ ਦੀਆਂ ਮਸ਼ੀਨਾਂ ਵੀ, ਜੀਰੀ ਲਾਉਣ ਦੀਆਂ ਮਸ਼ੀਨਾਂ ਵੀ ਪੰਜਾਬ ਦੇ ਅੰਦਰ ਆ ਗਈਆਂ। ਇਸ ਤੋਂ ਅੱਗੇ ਜਿਹੜੀ ਪੋਸਟ ਹਾਰਵੈਸਟ ਟੈਕਨੋਲੋਜੀ ਹੈ, ਜਿਹੜੀ ਫਸਲ ਨੂੰ ਸਾਂਭਣ ਦੀ ਹੈ, ਫਸਲ ਤੋਂ ਬਾਅਦ ਜਿਹੜਾ ਫਸਲ ਦੀ ਰਹਿੰਦ ਖੂੰਹਦ ਹੈ ਉਸ ਨੂੰ ਸਾਂਭਣ ਦੀ ਟੈਕਨੋਲੋਜੀ ਵੀ ਆ ਗਈ ਹੈ। ਮਤਲਬ ਦੋਵੇਂ ਪਾਸੇ ਇਸ ਦੀਆਂ ਖਿੱਤੇ ਦੀਆਂ ਲੋੜਾਂ ਆਲ ਟੂਗੈਦਰ ਡਿਫਰੈਂਟ ਹੈ। ਇਸ ਜਿਹੜਾ ਡਿਵੈਲਪਡ ਖਿੱਤਾ ਹੈ ਉਸ ਖਿੱਤੇ ਦੀਆਂ ਲੋੜਾਂ ਆਲ ਟੂਗੈਦਰ ਡਿਫਰੈਂਟ ਹੈ, ਸਮੁੰਦਰ ਦੇ ਖਿੱਤੇ ਦੀਆਂ ਆਲ ਟੂਗੈਦਰ ਡਿਫਰੈਂਟ ਹੈ, ਪਹਾੜ ਦੇ ਖਿੱਤੇ ਦੀਆਂ ਆਲ ਟੂਗੈਦਰ ਡਿਫਰੈਂਟ ਹੈ। ਇਸੇ ਕਰਕੇ ਉਹਨਾਂ ਨੇ ਰੱਖਿਆ ਸੀ ਕਿ ਇਹਦੇ ਲਈ ਕੋਈ ਯੂਨੀਫਾਰਮ ਕਾਨੂੰਨ ਨਹੀਂ ਬਣ ਸਕਦਾ। ਜਦੋਂ ਲੋੜਾਂ ਡਿਫਰੈਂਟ ਹੈ ਤਾਂ ਸਟੇਟ ਨੇ ਤੈਅ ਕਰਨਾ ਕਿ ਚਾਹ ਪੈਦਾ ਕਰਨ ਵਾਲੇ ਦੀਆਂ ਕੀ ਲੋੜਾਂ ਤੇ ਕਪਾਹ ਪੈਦਾ ਕਰਨ ਵਾਲੇ ਦੀ ਨੂੰ ਕੀ ਚਾਹੀਦਾ, ਤੇ ਜਿੱਥੇ ਪ੍ਰੀਮਿਟਿਵ ਟੂਲ ਆ ਉੱਥੇ ਕੀ ਚਾਹੀਦਾ। ਉਸ ਹਿਸਾਬ ਨਾਲ ਸਾਡੇ ਖੇਤੀ ਦੇ ਸਿਸਟਮ ਦੇ ਅੰਦਰ ਉਸੇ ਹਿਸਾਬ ਨਾਲ ਪਲੈਨਿੰਗ ਕਰਨੀ ਚਾਹੀਦੀ ਹੈ, ਉਸੇ ਹਿਸਾਬ ਨਾਲ ਕਾਨੂੰਨ ਬਣਨੇ ਚਾਹੀਦੇ। ਜੀ ਜੋਗਿੰਦਰ ਜੀ, ਤੁਸੀਂ ਬਹੁਤ ਬਾਖੂਬੀ ਦੇ ਨਾਲ ਜੋ ਸਾਡੀ ਖੇਤੀ ਦਾ ਪਿਛਲਾ ਇਤਿਹਾਸ ਹੈ, ਵਾਤਾਵਰਨ ਹੈ, ਅੰਤਰਰਾਸ਼ਟਰੀ ਪੱਧਰ ਤੱਕ ਤੁਸੀਂ ਜ਼ਿਕਰ ਕੀਤਾ। ਹੁਣ ਮੇਰਾ ਅਗਲਾ ਸਵਾਲ, ਜਿਹਨੂੰ ਲੈ ਕੇ ਆਪਣੇ ਐਪੀਸੋਡ ਸ਼ੁਰੂ ਹੋਣੇ ਨੇ, ਦਰਸ਼ਕਾਂ ਦੇ ਵਿੱਚ ਜਾਣੇ ਨੇ, ਕਿ ਜੋ ਹੁਣ 3 ਖੇਤੀ ਨਾਲ ਸੰਬੰਧਿਤ ਸੈਂਟਰ ਦੀ ਬੀਜੇਪੀ ਹਕੂਮਤ ਲੈ ਕੇ ਆਈ ਹੈ, ਕੀ ਇਹਨਾਂ ਦੀ ਲੋੜ ਹੈ ਸੀ? ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਸਾਡੇ ਖੇਤੀ ਦੀਆਂ ਜ਼ਰੂਰਤਾਂ ਬਿਲਕੁਲ ਡਿਫਰੈਂਟ ਹੈ, ਬਿਲਕੁਲ ਡਿਫਰੈਂਟ। ਇਹ 3 ਕਾਨੂੰਨ ਬਿਲਕੁਲ ਡਿਫਰੈਂਟ ਡਾਇਰੈਕਸ਼ਨ 'ਚ ਜਾ ਰਹੇ ਹੈ। ਮਤਲਬ ਜਿਹਨੂੰ ਕਹੀਏ ਡਾਇਮੈਟ੍ਰਿਕਲ ਆਪੋਜ਼ਿਟ ਕਹਿੰਦੇ ਆ ਉਹਨੂੰ। ਇਸ ਤਰ੍ਹਾਂ ਇਹ ਕਿੱਧਰ ਨੂੰ ਜਾਂਦਾ, ਇਹ ਕਿੱਧਰ ਨੂੰ ਜਾਂਦਾ, ਬਿਲਕੁਲ ਡਾਇਮੈਟ੍ਰਿਕਲੀ ਆਪੋਜ਼ਿਟ ਡਾਇਰੈਕਸ਼ਨ 'ਚ ਜਾਂਦੇ ਹੈ ਸਾਡੀ ਖੇਤੀ ਦੀਆਂ ਲੋੜਾਂ ਤੋਂ ਇਹ 3 ਕਾਨੂੰਨ। ਸਾਡੀ ਖੇਤੀ ਦੀਆਂ ਲੋੜਾਂ ਤਾਂ ਬਿਲਕੁਲ ਇਹ ਹੈ ਵੀ ਤੁਸੀਂ ਸਾਡੀ 40% ਜ਼ਮੀਨ ਜਿਹੜੀ ਹੈ ਉਹ ਇਰੀਗੇਟਡ ਹੈ, 60% ਅਨਇਰੀਗੇਟਡ ਹੈ। ਸਾਡੀ ਖੇਤੀ ਦੀ ਲੋੜ ਹੈ ਕਿ ਸਿੰਚਾਈ ਦੇ ਸਾਧਨ ਇੱਥੇ ਪੈਦਾ ਕੀਤੇ ਜਾਣ। ਜਿਹੜਾ ਪਾਣੀ ਤੁਹਾਡੇ ਕੋਲ ਅਵੇਲੇਬਲ ਹੈ ਉਸ ਪਾਣੀ ਨੂੰ ਮਤਲਬ ਪ੍ਰੋਪਰ ਯੂਟੀਲਾਈਜੇਸ਼ਨ ਹੋਵੇ ਉਹਦੀ, ਤੇ ਉਹਦੇ ਨਾਲ ਹੀ ਜਿੱਥੇ ਪਾਣੀ ਨਹੀਂ ਹੈ ਉੱਥੇ ਪਾਣੀ ਦੇ ਸਾਧਨ ਮੁਹੱਈਆ ਕਰਾਏ ਜਾਣ। ਸਾਡੇ ਕੋਲ ਅਸੀਂ ਇੱਕ ਐਸਾ ਦੇਸ਼ ਹਾਂ ਭਾਰਤ, ਜਿੱਥੇ ਬਾਰਿਸ਼ ਜਿਹੜੀ ਹੈ ਮਤਲਬ 30 ਡਿਗਰੀ ਤੋਂ ਲੈ ਕੇ 1187 ਡਿਗਰੀ ਡਿਗਰੀ ਨਹੀਂ, ਇਹ ਮਤਲਬ ਜਿਹਨੂੰ ਕਹਿੰਦੇ ਸੈਂਟੀਮੀਟਰ, ਬਾਰਿਸ਼ 30 ਸੈਂਟੀਮੀਟਰ ਤੋਂ ਲੈ ਕੇ 1187 ਸੈਂਟੀਮੀਟਰ ਤੱਕ ਹੁੰਦੀ ਹੈ। ਸਾਡੇ 2 ਜਿਹੜੇ ਸ਼ਹਿਰ ਹੈ, ਇੱਕ ਮਾਵਾਸਿਰਮ ਹੈ ਤੇ ਇੱਕ ਚਿਰਾਪੁੰਜੀ ਹੈ, ਜਿੱਥੇ 1187 ਤੇ 1171 ਸੈਂਟੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ 2019 'ਚ। ਸੰਸਾਰ ਦੀ ਸਭ ਤੋਂ ਵੱਧ ਬਾਰਿਸ਼ ਵਾਲੇ ਖਿੱਤੇ ਵੀ ਸਾਡੇ ਕੋਲੇ ਹੈਗੇ ਆ, ਤੇ ਸਾਡੇ ਕੋਲ ਐਸੇ ਖਿੱਤੇ ਵੀ ਹੈਗੇ ਆ ਜਿੱਥੇ ਘੱਟ ਮਤਲਬ ਬਾਰਿਸ਼ ਹੁੰਦੀ ਹੈ। ਉਸੇ ਹਿਸਾਬ ਨਾਲ ਸਾਡੇ ਫਸਲਾਂ ਬੀਜੀਆਂ ਜਾਂਦੀਆਂ। ਐਸੀਆਂ ਫਸਲਾਂ ਨੇ ਜਿਹੜੇ ਮਿਲਟਸ ਹੈ ਸਾਡੀਆਂ, ਜਵਾਰ ਹੈ, ਬਾਜਰਾ ਹੈ, ਮੱਕੀ ਹੈ, ਕੰਗਣੀ ਹੈ, ਕੋਧਰਾ ਹੈ, ਕੁਟਕੀ ਹੈ, ਇਹ ਸਾਰੇ ਬਹੁਤ ਘੱਟ ਪਾਣੀਆਂ ਵਾਲੀਆਂ ਥਾਵਾਂ ਤੇ ਹੋ ਜਾਂਦੇ ਆ। ਬੜੇ ਸਾਊਦਰਨ ਸਟੇਟਸ ਜਿਹੜੀਆਂ, ਜਾਂ ਜਿਵੇਂ ਰਾਜਸਥਾਨ ਦੀ ਸਟੇਟ ਹੈ, ਉਹ ਪੈਦਾ ਕਰਦੀ ਹੈ ਇਹਨਾਂ 'ਚੋਂ ਬਹੁਤ ਸਾਰੀਆਂ ਫਸਲਾਂ। ਜਿੱਥੇ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ ਉੱਥੇ ਉਸ ਹਿਸਾਬ ਨਾਲ ਫਸਲਾਂ ਹੁੰਦੀਆਂ ਨੇ। ਚਾਹ ਨੂੰ ਬੜੀ ਮਤਲਬ ਬਹੁਤ ਲਗਾਤਾਰ ਬਾਰਿਸ਼ ਦੀ ਲੋੜ ਹੁੰਦੀ ਹੈ। ਹੋਰ ਕਿੰਨੇ ਇਹੋ ਜਿਹੀ ਫਸਲਾਂ ਨੇ ਜਿਹਨਾਂ ਨੂੰ ਬਹੁਤ ਜ਼ਿਆਦਾ ਬਾਰਿਸ਼ ਦੀ ਲੋੜ ਹੁੰਦੀ ਹੈ। ਉਹ ਉਸ ਹਿਸਾਬ ਨਾਲ ਫਸਲਾਂ ਸਾਡੇ ਦੇਸ਼ 'ਚ ਹੁੰਦੀਆਂ ਨੇ। ਉਸੇ ਹਿਸਾਬ ਨਾਲ ਉਹਨਾਂ ਦੀ ਖੇਤੀ ਦੀ ਲੋੜਾਂ, ਤੇ ਉਸੇ ਹਿਸਾਬ ਨਾਲ ਉੱਥੇ ਕਾਨੂੰਨ ਬਣਨੇ ਚਾਹੀਦੇ ਹੈ ਉਸ ਹਿਸਾਬ ਨਾਲ, ਤਾਂ ਕਿ ਉਹਨਾਂ ਲੋੜਾਂ ਦੇ ਮੁਤਾਬਕ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਲਈ ਉੱਥੇ ਕਾਨੂੰਨ ਬਣਨ। ਸਾਡੀ ਖੇਤੀ ਦੀ ਲੋੜ ਹੈ ਕਿ ਸਵਾਮੀਨਾਥਨ ਕਮਿਸ਼ਨ ਨੇ ਵੀ ਕਿਹਾ ਸੀ ਕਿ ਤੁਸੀਂ ਜਿੰਨੀ ਤੁਹਾਡੇ ਕੋਲ ਬਾਰਿਸ਼ ਹੈ, ਬਾਰਿਸ਼ ਦੇ ਪਾਣੀ ਨੂੰ 2 ਢੰਗਾਂ ਨਾਲ, ਇੱਕ ਤਾਂ ਹਾਰਵੈਸਟਿੰਗ ਹੋ ਸਕਦੀ ਹੈ ਉਹਦੀ, ਇੱਕ ਉਹਦੀ ਰੀਚਾਰਜਿੰਗ ਹੁੰਦੀ ਹੈ। ਜੇ ਤੁਸੀਂ ਉਹਦੀ ਹਾਰਵੈਸਟਿੰਗ ਕਰ ਲੈਂਦੇ ਹੋ, ਰੀਚਾਰਜਿੰਗ ਕਰ ਲੈਂਦੇ ਹੋ, ਤਾਂ ਤੁਹਾਡੀ ਪਾਣੀ ਦੀ ਸਮੱਸਿਆ ਬਹੁਤ ਵੱਡੇ ਤੌਰ ਤੇ ਹੱਲ ਹੋ ਜਾਂਦੀ ਹੈ। ਹਾਰਵੈਸਟਿੰਗ ਹੈਗੀ ਹੈ ਪਾਣੀ ਨੂੰ ਇਕੱਠਾ ਕਰਕੇ ਕਿਤੇ ਪੌਂਡਾਂ ਦੇ ਅੰਦਰ, ਤਲਾਬਾਂ ਦੇ ਅੰਦਰ ਆਰਟੀਫਿਸ਼ਲ ਤਲਾਬ ਬਣਾ ਕੇ ਵਰਤਿਆ ਜਾ ਸਕਦਾ ਉਸ ਨੂੰ ਉਹਨਾਂ ਦਿਨਾਂ 'ਚ ਜਦੋਂ ਬਾਰਿਸ਼ਾਂ ਨਹੀਂ ਹੁੰਦੀਆਂ। ਦੂਜਾ ਹੈ ਕਿ ਰੀਚਾਰਜ ਦਾ ਸਿਸਟਮ ਬਣਾਇਆ ਜਾਣਾ ਚਾਹੀਦਾ। ਰੀਚਾਰਜਿੰਗ ਔਰ ਹਾਰਵੈਸਟਿੰਗ ਜਿਹੜੀ ਹੈ ਜਦੋਂ ਦੋਨੋਂ ਕਰਦੇ ਹੈ, ਇਹ ਸਾਡੀ ਖੇਤੀ ਦੀ ਲੋੜ ਹੈ। ਜੇ ਸਰਕਾਰ ਦੀ ਇੰਟਰਵੈਂਸ਼ਨ ਤੋਂ ਬਗੈਰ, ਸਰਕਾਰ ਦੀ ਪਲੈਨਿੰਗ ਤੋਂ ਬਗੈਰ, ਸਰਕਾਰ ਦੇ ਬਜਟ ਤੋਂ ਬਗੈਰ ਇਹ ਲੋੜਾਂ ਪੂਰੀਆਂ ਨਹੀਂ ਹੋ ਸਕਦੀਆਂ। ਮਤਲਬ ਕਿਸਾਨ ਅਜੇ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਸਾਰੀਆਂ ਜ਼ਰੂਰਤਾਂ ਇਹਨਾਂ ਨੂੰ ਪੂਰਾ ਕਰ ਲਏਗਾ। ਜਦੋਂ ਹਾਲੇ ਸਾਡੇ ਕਿਸਾਨ, ਬਹੁਤ ਵੱਡੇ ਹਿੱਸੇ ਲਈ ਕਿਸਾਨ ਲਈ, ਜਿਹੜਾ 2.5 ਏਕੜ ਤੋਂ ਘੱਟ ਜ਼ਮੀਨ ਦਾ ਮਾਲਕ 86% ਹੈ ਸਾਡੀ ਟੋਟਲ ਕਿਸਾਨੀ ਦਾ,
ਉਹ ਵੀ ਉਹ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਪੈਦਾ ਕਰ ਲੂਗਾ ਉਸ ਜ਼ਮੀਨ ਦੇ ਅੰਦਰ। ਸਰਕਾਰ ਨੂੰ ਚਾਹੀਦਾ ਕਿ ਉਹ ਇਹ ਸਾਰੇ ਪਲੈਨਿੰਗ ਦੇ ਅੰਦਰ ਆਵੇ। ਦੂਜਾ ਹੈ ਜਿਹੜਾ ਇਹਦੇ ਨਾਲ ਹੀ ਇੱਕ ਸਾਡੇ ਇਸੇ ਮਤਲਬ ਇੰਨੇ ਪਾਣੀ ਨਾਲ ਮਤਲਬ ਇਸ ਤੋਂ 10 ਗੁਣਾ ਵੱਧ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ, ਜਾਂ ਇਹਨੂੰ ਜੇ ਉਲਟ ਦੂਜੇ ਤੋਂ ਰੂਪ ਚ ਕਹੋ ਕਿ 10ਵਾਂ ਹਿੱਸਾ ਪਾਣੀ ਵਰਤ ਕੇ ਇੰਨੀਆਂ ਹੀ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ। ਉਹਦਾ 2 ਮੈਥਡ ਹੈ, ਇੱਕ ਡ੍ਰਿਪ ਇਰੀਗੇਸ਼ਨ ਹੈ ਤੇ ਇੱਕ ਜਿਹੜੀ ਫੁਹਾਰਾ ਸਿੰਚਾਈ ਹੈ। ਫੁਹਾਰਾ ਸਿੰਚਾਈ ਤੇ ਜਿਹੜਾ ਤੁਪਕਾ ਸਿੰਚਾਈ ਹੈ ਉਹ ਉਸ ਨਾਲ ਬਹੁਤ ਸਾਰੇ ਮੁਲਕਾਂ ਨੇ ਕਰ ਲਿਆ। ਇਜ਼ਰਾਈਲ ਨੇ ਕੀਤੀ ਹੈ ਬਹੁਤ ਵੱਡੇ ਪੈਮਾਨੇ ਤੇ। ਬਹੁਤ ਸਾਰੇ ਮੁਲਕਾਂ ਨੇ ਆਪਣੇ ਪਾਣੀ ਨੂੰ ਜੁਡੀਸ਼ੀਅਸਲੀ ਯੂਜ਼ ਕੀਤਾ। ਸਾਡੀ ਖੇਤੀ ਦੀ ਲੋੜ ਹੈ ਕਿ ਸਾਡਾ ਪਾਣੀ ਜਿਹੜੀ 60% ਸਾਡੀ ਜ਼ਮੀਨ ਨੂੰ ਨਹੀਂ ਲੱਗਦਾ ਹੈ, ਉਸ ਪਾਣੀ ਨੂੰ ਜਦੋਂ ਅਸੀਂ ਜੁਡੀਸ਼ੀਅਸਲੀ ਵਰਤਦੇ ਹਾਂ, ਇਹ ਪ੍ਰਬੰਧ ਸਰਕਾਰ ਕਰ ਸਕਦੀ ਹੈ। ਸਰਕਾਰ ਇਹਦੇ ਲਈ ਬਜਟ ਦੇਵੇ, ਬਜਟ ਦੇ ਕੇ ਸਸਤੇ ਦਰਾਂ ਤੇ ਮੈਕਸਿਮਮ ਸਬਸਿਡਾਈਜ਼ ਰੇਟ ਤੇ ਲੋਕਾਂ ਨੂੰ ਇਹ ਮੁਹੱਈਆ ਕਰਾ ਕੇ ਦੇਵੇ ਤਾਂ ਸਾਡੀ ਮਤਲਬ ਜੇ ਹੁਣ 40% ਜ਼ਮੀਨ ਇਰੀਗੇਟਡ ਹੈ ਤਾਂ ਸਾਡੀ 70-80% ਤੱਕ ਜ਼ਮੀਨ ਇਰੀਗੇਟਡ ਹੋ ਸਕਦੀ ਹੈ। 10-20% ਰਹਿ ਜੂਗੀ ਜਿਹਦਾ ਆਪਾਂ ਕਹਿ ਨਹੀਂ ਸਕਦੇ, ਕਿਉਂਕਿ ਜਗਰਾਫੀਕਲ ਜਿਹੜੀ ਸਿਚੁਏਸ਼ਨ ਹੈ ਉਹਦੇ ਮੁਤਾਬਕ ਤੁਸੀਂ 100% ਨਹੀਂ ਕਰ ਸਕਦੇ ਹੈ। 70-80% ਤੱਕ ਕਰਕੇ ਲੈ ਕੇ ਜਾ ਸਕਦੇ ਆ। ਪਰ ਸਾਡੀ ਹਾਲਤ ਕੀ ਹੈ ਜਦੋਂ ਤੁਸੀਂ 2020 ਔਰ 2021 ਦੇ ਬਜਟ ਦੀ ਗੱਲ ਕਰੋਗੇ ਤਾਂ ਸਾਰਾ ਖੇਤੀ ਦਾ ਬਜਟ ਏਡੇ ਵੱਡਾ ਜਿਹੜਾ ਖੇਤੀ ਦਾ ਕਾਰੋਬਾਰ ਹੈ ਜਿਹਦੇ 70% ਜਿਹੜੀ ਵਸੋਂ ਹੈ ਨਿਰਭਰ ਕਰਦੀ ਹੈ 1,24,000 ਕਰੋੜ ਦਾ, 1,24,520 ਕਰੋੜ। ਤੇ ਕੱਲਾ ਬੁਲਟ ਟ੍ਰੇਨ ਦਾ ਬਜਟ ਕਿੰਨਾ ਹੈ? ਬੁਲਟ ਟ੍ਰੇਨ ਦਾ ਬਜਟ 1,01,000 ਕਰੋੜ ਦਾ ਹੈ। ਲਗਭਗ ਦੋਨੋਂ ਥੋੜਾ ਜਿਹਾ ਘੱਟ, ਖੇਤੀ ਨਾਲੋਂ ਥੋੜਾ ਜਿਹਾ ਘੱਟ ਹੈ। ਵੀ ਇੱਕ ਤਾਂ ਹੈਗਾ 70% ਵਸੋਂ ਨੂੰ ਤੁਸੀਂ ਕੀ ਦੇ ਰਹੇ ਹੋ ਪਲੈਨਿੰਗ ਲਈ, ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੈ। ਖੇਤੀ ਤੋਂ ਵੱਡਾ ਇਨਫਰਾਸਟ੍ਰਕਚਰ ਕੋਈ ਵੀ ਨਹੀਂ ਹੈ ਸਾਰੇ ਸੰਸਾਰ 'ਚ, ਨਹੀਂ ਅਜੇ ਤੱਕ ਕੋਈ ਵੀ ਹੈਗਾ। ਉਹ ਸਾਰੇ ਇਹਦੇ ਤੇ ਡਿਪੈਂਡ ਕਰਦੇ ਆ ਖੇਤੀ ਤੇ ਉਹਦੇ ਲਈ ਤੁਸੀਂ ਕਰ ਰਹੇ ਹੋ। ਤੇ ਮਤਲਬ ਖੇਤੀ ਤੇ ਨਿਰਭਰ ਹੈ ਵਸੋਂ ਸਾਡੀ ਤਾਂ 70% ਨਿਰਭਰ ਹੈ ਖੇਤੀ ਦੇ, ਕਿਸੇ ਨਾ ਕਿਸੇ ਢੰਗ ਨਾਲ। ਕੱਲਾ ਕਿਸਾਨ ਨਹੀਂ, ਕਿਸੇ ਨਾ ਕਿਸੇ ਢੰਗ ਨਾਲ ਉਹ ਖੇਤੀ ਦੇ ਨਾਲ ਜੁੜੀ ਹੋਈ ਹੈ ਸਿਸਟਮ ਦੇ ਨਾਲ। ਇੱਕ ਉਹਨੂੰ ਵੀ ਉਨਾ ਹੀ ਬਜਟ ਦੇ ਰਹੇ ਹੋ। ਇੱਕ ਮਿਨੀ ਸਕੂਲ ਜਿਹਨੂੰ ਕਹਿੰਦੇ ਆ ਨਾ, ਵੀ ਜਿਹੜਾ ਪਾਪੂਲੇਸ਼ਨ ਦਾ ਕੋਈ ਹਿੱਸਾ ਬਣਦਾ ਹੀ ਨਹੀਂ ਹੈ, ਜਿਹੜਾ ਮਤਲਬ ਪੁਆਇੰਟਸ 'ਚ ਜਾਊਗਾ, ਉਹਨੂੰ ਵੀ ਤੁਸੀਂ ਉਨਾ ਬਜਟ ਦੇ ਰਹੇ ਹੋ। ਤਾਂ ਫਿਰ ਸਰਕਾਰ ਦਾ ਕਿਸੇ ਪਾਸੇ ਓਰੀਐਂਟੇਸ਼ਨ ਜਿਹੜੀ ਹੈ ਉਹ ਲੋਕਾਂ ਨੂੰ ਖੇਤੀ ਦੇ ਸਿਸਟਮ ਦੇ ਨੂੰ ਜੋ ਚਾਹੀਦਾ ਹੈ ਉਹ ਦੇਣ ਦੀ ਨਹੀਂ ਹੈ, ਖੇਤੀ ਦੇ ਸਿਸਟਮ 'ਚ ਜੋ ਕੁਛ ਮਤਲਬ ਹੈਗਾ ਉਹਨੂੰ ਤਬਾਹ ਕਰਨ ਦੀ। 3 ਕਾਨੂੰਨ ਜਿਹੜੇ ਹੈ, 3 ਕਾਨੂੰਨ ਇਹਦੇ 'ਚ ਇੱਕ ਸਟੈਪ ਨਹੀਂ ਹੈ ਇਹਨਾਂ ਦਾ, ਇੱਕ ਵੀ ਸਟੈਪ ਉਹਨਾਂ ਨੇ ਕੋਈ ਜਿਹੜਾ ਸਮੁੰਦਰੀ ਸਾਡਾ ਕਿਸਾਨ ਹੈ ਉਹਦੇ ਬਾਰੇ ਲਿਆ ਹੋਵੇ। ਇੱਕ ਸਟੈਪ ਨਹੀਂ ਹੈ ਜਿਹੜਾ ਸਾਡਾ ਪਹਾੜੀ ਕਿਸਾਨ ਹੈ, ਪਹਾੜ ਤੇ ਖੇਤੀ ਕਰਦਾ, ਟੈਰਸ ਫਾਰਮਿੰਗ ਬਾਰੇ ਲਿਆ ਹੋਵੇ। ਇੱਕ ਨਹੀਂ ਹੈ ਕਿ ਸਾਡੀ ਰੇਨ ਵਾਟਰ ਦੀ ਸਰਚਾਰਜਿੰਗ ਨੂੰ ਚਾਰਜ ਕਰਨ ਲਈ ਕੋਈ ਉਹਨਾਂ ਨੇ ਲਿਆ ਹੋਵੇ। ਇੱਕ ਨਹੀਂ ਹੈ ਕਿ ਉਹਨਾਂ ਨੇ ਖੇਤੀ ਦੀ ਪ੍ਰੋਡਕਟਿਵਿਟੀ ਕਿਵੇਂ ਵਧਾਉਣੀ ਹੈ, ਪੈਦਾਵਾਰ ਜਿਹੜੀ ਹੈ ਉਸ ਨੂੰ ਕਿਵੇਂ ਵਧਾਉਣੀ ਹੈ ਉਹ ਲਿਆ ਹੋਵੇ। ਇੱਕ ਨਹੀਂ ਹੈ ਕਿ ਉਹਨਾਂ ਨੇ ਖੇਤੀ ਦੇ ਅੰਦਰ ਇੱਕ ਨਿਰੰਤਰਤਾ ਹੁੰਦੀ ਹੈ, ਨਿਰੰਤਰਤਾ ਕਿਵੇਂ ਰੱਖਣੀ ਹੈ, ਸਸਟੇਨੇਬਿਲਿਟੀ ਜਿਹਨੂੰ ਕਹਿੰਦੇ ਆ, ਉਹਦੇ ਲਈ ਕੁਝ ਕੀਤਾ ਹੋਵੇ। ਐਸਾ ਕੁਝ ਨਹੀਂ ਹੈ। ਉਹ ਸਾਰਾ ਕੁਝ 3 ਕਾਨੂੰਨਾਂ ਦੇ ਅੰਦਰ ਐਸਾ ਕੁਝ ਨਹੀਂ ਹੈ। 3 ਕਾਨੂੰਨਾਂ ਨੇ ਕੀਤਾ ਕੀ? 3 ਕਾਨੂੰਨਾਂ ਨੇ ਇਹ ਸਾਰਾ ਸਿਸਟਮ ਖੇਤੀ ਦਾ, ਕਿਉਂਕਿ ਭਾਰਤ ਦਾ ਖੇਤੀ ਦਾ ਜਿਹੜਾ ਸਿਸਟਮ ਹੈ 12 ਲੱਖ ਕਰੋੜ ਰੁਪਏ ਵਪਾਰ ਹੈ ਸਾਲਾਨਾ, ਸਾਰੇ ਸੰਸਾਰ 'ਚ ਪਹਿਲੇ ਨੰਬਰ ਤੇ ਸੀ। ਉਹ ਉਸ ਵਪਾਰ ਨੂੰ ਹਥਿਆਉਣਾ ਚਾਹੁੰਦੇ ਆ, ਉਹ ਵਪਾਰ ਨੂੰ ਕਾਰਪੋਰੇਟ ਤਹਿਤ ਦੇ ਦੇਣਾ ਚਾਹੁੰਦੇ ਆ। ਤੇ ਕਾਰਪੋਰੇਟ ਨੂੰ ਉਹਨਾਂ ਨੇ ਰੈੱਡ ਕਾਰਪੇਟ ਦੇਤਾ ਕਿਸਾਨ ਦੇ ਘਰ ਤੱਕ ਪਹੁੰਚਣ ਲਈ, ਕਿਸਾਨ ਦੇ ਖੇਤ ਤੱਕ ਪਹੁੰਚਣ ਲਈ। ਤੇ ਉਹ ਸਾਰਾ ਮਤਲਬ ਸਾਰਾ ਟ੍ਰੇਡ ਏਰੀਆ ਬਣਾ ਕੇ ਉਹਦੇ ਹਵਾਲੇ ਕਰਨਾ ਚਾਹੁੰਦੇ ਆ। ਇਹ ਕਰਨਾ ਚਾਹੁੰਦੇ ਆ ਖੇਤੀ ਕਾਨੂੰਨਾਂ ਦਾ। ਇਹ ਕੀਤਾ ਉਹਨਾਂ ਨੇ। ਬਿਲਕੁਲ ਜੋਗਿੰਦਰ ਜੀ, ਤੁਸੀਂ ਬੜੀ ਡੂੰਘਾਈ ਦੇ ਵਿੱਚ ਜਾ ਕੇ ਅੱਜ ਸਾਡੇ ਨਾਲ ਗੱਲਬਾਤ ਕੀਤੀ। ਦਰਸ਼ਕੋ, ਇਸੇ ਜੋ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਅਸਲ ਇਹਨਾਂ ਦੀ ਡੂੰਘਾਈ ਹੈ, ਜੋ ਅਸਲ ਜੜ ਹੈ, ਐਪੀਸੋਡ ਆਉਣਗੇ, ਤੁਸੀਂ ਸਾਡੇ ਨਾਲ ਬਣੇ ਰਹੋ। ਐਡਵੋਕੇਟ ਜੋਗਿੰਦਰ ਸਿੰਘ ਕਿਆ ਬਾਖੂਬੀ ਤਰੀਕੇ ਦੇ ਨਾਲ ਤੁਹਾਨੂੰ ਖੇਤੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਜੋ 3 ਕਾਨੂੰਨ ਆਏ ਨੇ ਇਹਨਾਂ ਬਾਰੇ ਤੁਹਾਨੂੰ ਬੜੀ ਸਰਲ ਭਾਸ਼ਾ ਦੇ ਵਿੱਚ ਜਾਣਕਾਰੀ ਦਿੱਤੀ ਕਿ ਸਾਨੂੰ ਖਤਮ ਇਹ ਕਿਵੇਂ ਕਰਨਗੇ, ਸਾਡੇ ਅਨੁਕੂਲ ਯਾਨੀ ਖੇਤੀ ਦੇ ਅਨੁਕੂਲ ਇਹ ਕਿਵੇਂ ਨਹੀਂ ਹੈਗੇ। ਜੋਗਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਗੱਲਬਾਤ ਕਰਨ ਦੇ ਲਈ। ਧੰਨਵਾਦ ਜੀ, ਬਹੁਤ ਤੁਹਾਡਾ ਵੀ ਧੰਨਵਾਦ, ਬਹੁਤ ਜ਼ਿਆਦਾ ਚੈਨਲ ਦਾ ਧੰਨਵਾਦ ਹੈ, ਤੁਹਾਡਾ ਪਰਸਨਲੀ ਧੰਨਵਾਦ ਹੈ ਕਿ ਤੁਸੀਂ ਸਾਰਿਆਂ ਨੇ ਐਫਰਟਸ ਕਰਕੇ ਇਸ ਜਾਣਕਾਰੀ ਨੂੰ, ਕਿਉਂਕਿ ਇੱਕ ਮਾਧਿਅਮ ਹੈ ਜਿਹੜਾ ਇਹ ਤੁਹਾਡਾ ਸੋਸ਼ਲ ਮੀਡੀਆ ਖਾਸ ਕਰਕੇ ਤੇ ਚੈਨਲ ਖਾਸ ਕਰਕੇ, ਜਿਹੜੇ ਲੋਕਾਂ ਤੱਕ ਜ਼ਿਆਦਾ ਇਨਫੋਰਮੇਸ਼ਨ ਦੇ ਸਕਦੇ ਆ, ਉਹ ਇਨਫੋਰਮੇਸ਼ਨ ਦੇਣ ਦਾ ਜਿਹੜਾ ਯਤਨ ਕੀਤਾ ਉਹਦੇ ਲਈ। ਤੇ ਇਹ ਕਿਸਾਨ ਮੋਰਚੇ ਦੀ ਮਦਦ ਵੀ ਹੈ ਇਹਨੇ ਵੇ ਬਹੁਤ ਵੱਡੇ ਪੈਮਾਨੇ ਤੇ,
ਕਿਉਂਕਿ ਦੂਜਾ ਜਿਹੜਾ ਨੈਸ਼ਨਲ ਮੀਡੀਆ ਉਹਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੀ ਬਣ ਚੁੱਕਿਆ। ਉਹ ਮੀਡੀਆ ਨਹੀਂ ਰਿਹਾ। ਜਿਹੜਾ ਕੁਛ ਦੇਣਾ ਚਾਹੀਦਾ ਲੋਕਾਂ ਨੂੰ ਉਹ ਤੁਸੀਂ ਦੇ ਰਹੇ। ਇਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ। ਦਰਸ਼ਕੋ, ਸਾਡੇ ਨਾਲ ਸਰਦਾਰ ਜੋਗਿੰਦਰ ਸਿੰਘ ਬਣੇ ਹੋਏ ਸੀ, ਬੜੇ ਸਰਲ ਤੇ ਵਾਕਫੀ ਤਰੀਕੇ ਨਾਲ, ਜੋ 3 ਖੇਤੀ ਕਾਨੂੰਨ ਨੇ ਇਹਨੂੰ ਲੈ ਕੇ, ਤੇ ਜੋ ਖੇਤੀ ਦਾ ਸਾਡੇ ਦਾ ਪਿਛੋਕੜ ਰਿਹਾ, ਅੰਤਰਰਾਸ਼ਟਰੀ ਪੱਧਰ ਉੱਤੇ ਜੋ ਵਪਾਰ ਹੈ ਜਾਂ ਜੋ ਸਾਡੀ ਪੈਦਾਵਾਰ ਹੈ, ਜੋ ਚੀਨ ਦੇ ਮੁਕਾਬਲੇ, US ਦੇ ਮੁਕਾਬਲੇ, ਅਮਰੀਕਾ ਦੇ ਮੁਕਾਬਲੇ, ਕੈਨੇਡਾ ਦੇ ਮੁਕਾਬਲੇ ਜੋ ਅਸੀਂ ਕੰਪੈਰੀਜ਼ਨ ਕੀਤਾ ਇਸ ਗੱਲ ਦਾ ਕਿ ਸਾਡੀ ਪੈਦਾਵਾਰ ਕਿੰਨੀ ਹੈ, ਪਰ ਜੋ ਸਾਡੇ ਦੇਸ਼ ਦੇ ਹਾਲਾਤ ਬਣੇ ਹੋਏ ਨੇ ਉਹ ਸਭ ਤੁਹਾਡੇ ਸਾਹਮਣੇ। ਖੇਤੀ ਦੀ ਖੜੋਤ, ਖੇਤੀ ਦੀ ਗਰੋਥ ਦੇ ਵਿੱਚ ਖੜੋਤ ਇੱਕ ਸਾਡੇ ਦੇਸ਼ ਵਾਸੀਆਂ ਦਾ ਭੁੱਖਾ ਸੋਨਾ। ਜਦੋਂ ਅਸੀਂ ਅਨਾਜ ਦੇ ਭੰਡਾਰ ਭਰਦੇ ਹਾਂ, ਜਦੋਂ ਸਾਡੇ ਕੋਲ ਅਨਾਜ ਦੀ ਕਮੀ ਨਹੀਂ, ਪੈਦਾਵਾਰ ਦੀ ਕਮੀ ਨਹੀਂ, ਖੇਤੀ ਅਨੁਕੂਲ ਸਾਡੇ ਕੋਲ ਜ਼ਮੀਨ ਹੈ, ਤਾਂ ਫਿਰ ਇਹੋ ਜਿਹੇ ਕਿਹੜੇ ਹਾਲਾਤ ਬਣ ਗਏ? ਹਾਲਾਤ ਇਹ ਨੇ ਕਿ ਸਰਕਾਰ ਦੀ ਇਹ ਨਾਕਾਮੀਆਂ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਸਾਡਾ ਦੇਸ਼ ਥੱਲੇ ਜਾ ਰਿਹਾ, ਤੇ ਜੋ ਸਾਡੀ ਅਰਥ ਵਿਵਸਥਾ, ਇਕੋਨਮੀ ਹੈ, ਉਹ ਵੀ ਡਾਊਨ ਹੁੰਦੀ ਜਾ ਰਹੀ ਹੈ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ। ਧੰਨਵਾਦ।